BA ਭਾਗ ਪਹਿਲਾ, BSc ਭਾਗ ਪਹਿਲਾ ਅਤੇ BCom ਪਹਿਲਾ ਦੇ ਵਿਦਿਆਰਥੀਓ, ਤੁਹਾਡੇ ਪਾਠਕ੍ਰਮ ਵਿੱਚ ਆਧਾਰਿਤ ਤੁਹਾਡੇ ਸਿਲੇਬਸ ਦੇ ਵਿੱਚ ਸ਼ਾਮਲ ਕੀਤੀ ਗਈ ਕਿਤਾਬ ਕਥਾ ਰੰਗ ਵਿੱਚ ਸ਼ਾਮਲ ਕੀਤੀ ਕਹਾਣੀ 27 ਜਨਵਰੀ ਅਤੇ ਉਸ ਦੇ ਲੇਖਕ ਗੁਰਮੁਖ ਸਿੰਘ ਮੁਸਾਫਰ ਬਾਰੇ ਆਪਾਂ ਅੱਜ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਅੱਜ ਦੇ ਲੈਕਚਰ ਦੇ ਵਿੱਚ ਇਸ ਕਹਾਣੀ ਦੇ ਵਿਸ਼ੇ ਵਸਤੂ ਬਾਰੇ ਗੱਲ ਹੋਊਗੀ, ਕਹਾਣੀਕਾਰ ਬਾਰੇ ਗੱਲ ਹੋਊਗੀ ਅਤੇ ਇਸ ਕਹਾਣੀ ਦੇ ਵਿੱਚ ਪੇਸ਼ ਕੀਤੇ ਗਏ ਕੁਐਸਚਨਾਂ ਦੀ ਆਨਸਰਾਂ ਦੀ ਗੱਲ ਹੋਊਗੀ। ਔਰ ਤੁਹਾਡੇ ਸਿਲੇਬਸ ਦੇ ਵਿੱਚ ਜਿਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾਣਗੇ ਉਹਨਾਂ ਦੀ ਗੱਲ ਹੋਵੇਗੀ। ਵਿਦਿਆਰਥੀਓ, ਜਿਵੇਂ ਤੁਸੀਂ ਜਾਣਦੇ ਹੋ ਕਿ ਗੁਰਮੁਖ ਸਿੰਘ ਮੁਸਾਫਰ ਦਾ ਜਨਮ 1899 ਈਸਵੀ ਦੇ ਵਿੱਚ ਅਤੇ ਮੌਤ 1976 ਈਸਵੀ ਦੇ ਵਿੱਚ ਹੋਈ ਸੀ। ਇਹ ਇੱਕ ਅਜਿਹਾ ਕਹਾਣੀਕਾਰ ਸੀ ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸੇਵਾ ਨਿਭਾਉਣ ਦਾ ਵੀ ਮੌਕਾ ਮਿਲਿਆ ਔਰ ਬਹੁਤ ਲੰਬਾ ਸਮਾਂ ਉਹ ਪਾਰਲੀਮੈਂਟ ਮੈਂਬਰ ਵਜੋਂ ਕਾਰਜਸ਼ੀਲ ਰਹਿਣ ਵਾਲੇ ਵਿਅਕਤੀ ਸਨ। ਸਾਰੀ ਉਮਰ ਇੱਕ ਸਿਆਸਤਦਾਨ ਦੇ ਤੌਰ ਤੇ ਉਹਨਾਂ ਨੇ ਗੁਜ਼ਾਰੀ, ਪਰ ਉਹਨਾਂ ਦੇ ਦਿਲ ਦੇ ਵਿੱਚ, ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਇੱਕ ਸਾਹਿਤਕਾਰ ਵਾਲਾ ਮਨੁੱਖ ਬੈਠਾ ਸੀ ਜਿਸ ਨੇ ਕਿ ਕਹਾਣੀ ਤੋਂ ਇਲਾਵਾ ਕਵਿਤਾ ਅਤੇ ਹੋਰ ਵੱਖ-ਵੱਖ ਸਾਹਿਤਕ ਰੂਪਾਂ ਦੀ ਰਚਨਾ ਕੀਤੀ। ਗੁਰਮੁਖ ਸਿੰਘ ਮੁਸਾਫਰ ਪੰਜਾਬੀ ਕਹਾਣੀ ਦੇ ਮੁੱਢ ਦੇ ਵਿੱਚ, ਜਿਵੇਂ ਪੰਜਾਬੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ, ਪੰਜਾਬੀ ਕਹਾਣੀ ਦੇ ਪਹਿਲੇ ਪੜਾਅ ਦੇ ਪਹਿਲੇ ਪੂਰ ਦੇ ਕਹਾਣੀਕਾਰ ਸਨ। ਗੁਰਮੁਖ ਸਿੰਘ ਦੇ ਮੁਸਾਫਰ ਦੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ। ਉਸਨੇ ਭਾਰਤ ਦੀ ਆਜ਼ਾਦੀ ਦੇ ਲਈ ਹੋ ਰਹੇ ਸੰਘਰਸ਼ ਦੇ ਵਿੱਚ ਵੀ ਯੋਗਦਾਨ ਪਾਇਆ, ਬਹੁਤ ਸਾਰਾ ਸਮਾਂ ਜੇਲ੍ਹ ਦੇ ਵਿੱਚ ਵੀ ਗੁਜ਼ਾਰਿਆ ਔਰ ਪੰਜਾਬ ਦੇ ਵਿੱਚ ਇੱਕ ਲਹਿਰ ਚੱਲੀ ਸੀ, ਅਕਾਲੀ ਲਹਿਰ। ਉਹਦਾ ਮਕਸਦ ਸੀ ਕਿ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਾਉਣਾ, ਤੇ ਉਸ ਲਹਿਰ ਦੇ ਵਿੱਚ ਵੀ ਮੁਸਾਫਰ ਨੇ ਵੱਧ ਚੜ੍ਹ ਕੇ ਹਿੱਸਾ ਲਿੱਤਾ ਔਰ ਉਹ ਅਕਾਲੀ ਸਿਆਸਤ ਦੇ ਮੁੱਢਲੇ ਲੀਡਰਾਂ ਦੇ ਵਿੱਚ ਗਿਣਿਆ ਜਾਣ ਲੱਗ ਪਿਆ। ਉਹ ਅਕਾਲੀ ਅਖਬਾਰ ਦੇ ਸੰਪਾਦਕ ਵਜੋਂ ਵੀ ਕੰਮ ਕਰਦੇ ਰਹੇ ਔਰ ਛੇਤੀ ਹੀ ਉਹ ਕਾਂਗਰਸ ਵੱਲੋਂ ਚਲਾਏ ਜਾ ਰਹੇ ਸੰਘਰਸ਼ ਦੇ ਵਿੱਚ ਵੀ ਕਿਤੇ ਨਾ ਕਿਤੇ ਹਿੱਸਾ ਲੈਂਦੇ ਹੈ ਅਤੇ ਉਹ ਆਜ਼ਾਦੀ ਦੇ ਇਸ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ। ਬੱਚੇ, ਉਸ ਤੋਂ ਬਾਅਦ ਕੀ ਹੈ ਕਿ ਗੁਰਮੁਖ ਸਿੰਘ ਮੁਸਾਫਰ ਦੇ ਨਾਲ ਕੁਝ ਘਟਨਾਵਾਂ ਜੁੜੀਆਂ ਹੋਈਆਂ ਸੀਗੀਆਂ। ਉਹ ਉਸ ਸਮੇਂ ਦੀ ਰਾਜਨੀਤੀ ਅਤੇ ਨਿੱਜ ਵਾਸਤੇ ਕੁਝ ਵੀ ਹਾਸਲ ਨਹੀਂ ਕਰਨਾ ਚਾਹੁੰਦੇ ਸੀ। ਜਿਵੇਂ ਅੱਜ ਦੇ ਸਿਆਸਤਦਾਨ ਹੈ, ਉਹ ਉਹਨਾਂ ਸਿਆਸਤਦਾਨਾਂ ਦੀ ਤਰ੍ਹਾਂ ਨਹੀਂ ਸੀ। ਉਹ ਬੜਾ ਦਰਵੇਸ਼ ਸਿਆਸਤਦਾਨ ਸੀ। ਉਸ ਸਮੇਂ ਦੀ ਰਾਜਨੀਤੀ ਆਪਣੇ ਨਿੱਜ ਵਾਸਤੇ ਕੁਝ ਹਾਸਲ ਕਰਨ ਦੀ ਥਾਂ ਦੇਸ਼ ਅਤੇ ਸਮਾਜ ਲਈ ਤਿਆਗ ਅਤੇ ਕੁਰਬਾਨੀ ਕਰਨ ਵਾਲਾ ਕਾਰਜ ਖੇਤਰ ਗਿਣਦੇ ਸੀ ਰਾਜਨੀਤੀ ਨੂੰ। ਆਪਣੇ ਨਿੱਜ ਅਤੇ ਪਰਿਵਾਰ ਦੀਆਂ ਲੋੜਾਂ ਨੂੰ ਅਣਗੌਲਿਆਂ ਕਰਕੇ ਆਜ਼ਾਦੀ ਸੰਘਰਸ਼ ਵਿੱਚ ਨਿਰੰਤਰ ਜੁਟੇ ਰਹਿਣ ਵਾਲੇ ਗੁਰਮੁਖ ਸਿੰਘ ਮੁਸਾਫਰ ਨੇ ਆਪਣੇ ਤਨ ਮਨ ਤੇ ਸਹੀ ਪੀੜ ਨੂੰ ਆਪਣੀਆਂ ਰਚਨਾਵਾਂ ਵਿੱਚ ਪੇਸ਼ ਕੀਤਾ। ਇਸੇ ਕਰਕੇ ਉਸ ਦੀ ਪਹਿਚਾਣ ਰਾਜਨੀਤਿਕ ਚੇਤਨਾ ਵਾਲੇ ਕਵੀ ਅਤੇ ਕਹਾਣੀਕਾਰ ਵਜੋਂ ਕੀਤੀ ਜਾਂਦੀ ਹੈ। ਉਸ ਦੀਆਂ ਕਹਾਣੀਆਂ ਵਿੱਚ ਆਜ਼ਾਦੀ ਦੇ ਨਾਲ ਸੰਬੰਧਿਤ ਜਿਹੜੇ ਮਸਲੇ ਸੀ ਉਹ ਉਭਾਰੇ ਗਏ। ਆਜ਼ਾਦੀ ਨਾਲ ਸੰਬੰਧਿਤ ਮਸਲੇ ਇਸ ਕਰਕੇ ਉਭਾਰੇ ਗਏ ਕਿਉਂਕਿ ਉਹਨੇ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਖੁਦ ਹਿੱਸਾ ਲਿੱਤਾ ਸੀ ਔਰ ਕਿਤੇ ਨਾ ਕਿਤੇ ਉਹਨੇ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਆਪਣੇ ਪਿੰਡੇ ਦੇ ਉੱਪਰ ਇੱਕ ਕੁਝ ਪੀੜਾ ਹੰਢਾਈ ਸੀ। ਜੇਲ੍ਹਾਂ ਦੇ ਵਿੱਚ ਉਸ ਤਰ੍ਹਾਂ ਦਾ ਉਹਨੇ ਵੀ ਇੱਕ ਦਰਦ ਦੇਖਿਆ ਸੀ, ਦੇਸ਼ ਭਗਤਾਂ ਵਾਲਾ ਦਰਦ, ਜਦੋਂ ਅੰਗਰੇਜ਼ ਦੇਸ਼ ਭਗਤਾਂ ਨੂੰ ਤਸੀਹੇ ਦਿੰਦੇ ਸੀ ਔਰ ਵੱਖ-ਵੱਖ ਤਰ੍ਹਾਂ ਦੀਆਂ ਸਜ਼ਾਵਾਂ ਦਿੰਦੇ ਸੀ। ਉਹ ਸਾਰੀਆਂ ਸਜ਼ਾਵਾਂ ਉਹਨੇ ਖੁਦ ਭੁਗਤੀਆਂ ਹੋਈਆਂ ਸੀ। ਇਸੇ ਕਰਕੇ ਉਹਨਾਂ ਸਜ਼ਾਵਾਂ ਦਾ ਜ਼ਿਕਰ ਕਿਤੇ ਨਾ ਕਿਤੇ ਉਸਦੀ ਕਹਾਣੀ ਦੇ ਵਿੱਚ, ਉਸਦੀ ਕਵਿਤਾ ਦੇ ਵਿੱਚ ਮਿਲਦਾ ਹੈ। ਉਸਨੇ ਆਪਣੀਆਂ ਕਹਾਣੀਆਂ ਵਿੱਚ ਆਜ਼ਾਦੀ ਸੰਗਰਾਮ ਵਿੱਚ ਜੂਝ ਰਹੇ ਲੋਕਾਂ ਦੇ ਕਿਰਦਾਰ, ਕੁਰਬਾਨੀ ਅਤੇ ਸਮੱਸਿਆ ਦਾ ਚਿਤਰਨ ਕਰਕੇ ਰਚਨਾ ਵਸਤੂ ਪੱਖੋਂ ਪੰਜਾਬੀ ਦੀ ਮੁੱਢਲੀ ਕਹਾਣੀ ਨੂੰ ਆਪਣੀ ਅਮੀਰੀ ਬਖਸ਼ਤੀ। ਇਸ ਪੱਖੋਂ ਮੁਸਾਫਰ ਦਾ ਪੰਜਾਬੀ ਕਹਾਣੀ ਵਿੱਚ ਯੋਗਦਾਨ ਇਤਿਹਾਸਕ ਮਹੱਤਵ ਵਾਲਾ ਹੈ। ਉਸਦੇ ਜਿਹੜੇ ਕਹਾਣੀ ਸੰਗ੍ਰਹਿ ਸੀ ਉਹਨਾਂ ਦਾ ਵੇਰਵਾ ਇਸ ਤਰ੍ਹਾਂ ਹੈ, ਆਪਾਂ ਉਹਨਾਂ ਦੀ ਗੱਲ ਕਰਦੇ ਹਾਂ। ਦੇਖੋ, ਜਿਸ ਤਰ੍ਹਾਂ ਵੱਖਰੀ ਦੁਨੀਆ ਪਹਿਲਾ ਕਹਾਣੀ ਸੰਗ੍ਰਹਿ ਸੀ, ਸਭ ਅੱਛਾ ਦੂਸਰੀ, ਆਲਨੇ ਦੇ ਵੋਟ ਤੀਸਰੀ ਕਹਾਣੀ ਸੰਗ੍ਰਹਿ, ਅਗਲਾ ਕਹਾਣੀ ਸੰਗ੍ਰਹਿ ਸਸਤਾ ਤਮਾਸ਼ਾ, ਕੰਧਾਂ ਬੋਲ ਪਈਆਂ, ਇਹ ਉਹਦੇ ਸਾਰੇ ਕਹਾਣੀ ਸੰਗ੍ਰਹਿ ਸੀਗੇ। ਮਰਨ ਤੋਂ ਬਾਅਦ ਉਹਦਾ ਇੱਕ ਕਹਾਣੀ ਸੰਗ੍ਰਹਿ ਉਰਵਾਰ ਪਾਰ ਛਪਿਆ ਸੀ। ਇਸ ਦੇ ਉੱਪਰ ਉਹਨੂੰ ਸਾਹਿਤ ਅਕਾਡਮੀ ਦਾ ਇਨਾਮ ਮਿਲਿਆ ਸੀ। ਇਹ ਇੱਕ ਕੁਐਸਚਨ ਪੁੱਛ ਲਿਆ ਜਾਂਦਾ ਹੈ ਕਿ ਗੁਰਮੁਖ ਸਿੰਘ ਮੁਸਾਫਰ ਨੂੰ ਸਾਹਿਤ ਅਕਾਡਮੀ ਦਾ ਨਾਮ ਕਿਸ ਕਿਤਾਬ ਤੇ ਮਿਲਿਆ, ਤਾਂ ਤੁਸੀਂ ਉਰਵਾਰ
ਭਾਰ ਇਹਨੂੰ ਨੋਟ ਕਰ ਲਿਓ ਆਪਣੀ ਨੋਟਬੁੱਕ ਦੇ ਵਿੱਚ। ਇਹ 1978 ਈਸਵੀ ਦੇ ਵਿੱਚ ਮਿਲਿਆ ਸੀ। ਹੁਣ ਅੱਗੇ ਚੱਲ ਕੇ ਉਹਦੀ ਕਹਾਣੀ 27 ਜਨਵਰੀ ਤੋਂ ਦੀ ਬਜਾਏ ਆਪਣੇ ਦੇਸ਼ ਦੇ ਵਿੱਚ ਜਿਹੜੀ ਆਜ਼ਾਦੀ ਦਾ ਇੱਕ ਦਿਹਾੜਾ ਮਨਾਇਆ ਜਾਂਦਾ ਉਹ 26 ਜਨਵਰੀ ਦੇ ਦਿਨ ਮਨਾਇਆ ਜਾਂਦਾ, ਪਰ ਇਸ ਕਹਾਣੀ ਦਾ ਨਾਮ ਉਹਨੇ 27 ਜਨਵਰੀ ਰੱਖਿਆ। ਇਹਦਾ ਵੀ ਇੱਕ ਕਾਰਨ ਹੈਗਾ। ਇਹਦਾ ਕਾਰਨ ਇਹ ਹੈ ਕਿ ਜਿਹੜੇ ਕਾਮੇ ਹੈਗੇ ਆ 26 ਜਨਵਰੀ ਦੇ ਸਮਾਰੋਹ ਦੇ ਉੱਪਰ ਕੰਮ ਕਰਨ ਵਾਲੇ ਲੋਕ ਹੈਗੇ ਆ, ਉਹ 25 ਜਨਵਰੀ ਤੱਕ ਉਸ ਜਗ੍ਹਾ ਦੇ ਜਿੱਥੇ 26 ਜਨਵਰੀ ਦਾ ਮੁੱਖ ਸਮਾਗਮ ਹੁੰਦਾ ਦਿੱਲੀ ਦੇ ਵਿੱਚ, ਉਸ ਜਗ੍ਹਾ ਦੇ ਉਹ ਮਾਲਕ ਹੁੰਦੇ ਆ। 26 ਜਨਵਰੀ ਵਾਲੇ ਦਿਨ ਉਹਨਾਂ ਨੂੰ ਉਸ ਜਗ੍ਹਾ ਦੇ ਉੱਪਰ ਨੇੜੇ ਨਹੀਂ ਲੱਗਣ ਦਿੱਤਾ ਜਾਂਦਾ ਤੇ 27 ਜਨਵਰੀ ਨੂੰ ਉਹ ਫਿਰ ਉਸੇ ਜਗ੍ਹਾ ਦੇ ਉੱਪਰ ਉਸ ਜਗ੍ਹਾ ਦੇ ਮਾਲਕ ਦੇ ਤੌਰ ਦੇ ਉੱਪਰ ਵਿਚਰਦੇ ਆ, ਪਰ 26 ਜਨਵਰੀ ਨੂੰ ਉਹਨਾਂ ਨੂੰ ਉਸ ਪੰਡਾਲ ਦੇ ਨੇੜੇ ਨਹੀਂ ਜਾਣ ਦਿੱਤਾ ਜਾਂਦਾ। ਇਹ ਇੱਕ ਵਿਸ਼ਾ ਹੈਗਾ ਜਿਹੜਾ ਕਹਾਣੀ ਦੇ ਵਿੱਚ ਉਠਾਇਆ ਗਿਆ ਹੈ। ਕਹਾਣੀਕਾਰ ਕਿਵੇਂ ਕਹਿੰਦਾ ਕਿ ਇਹ 26 ਜਨਵਰੀ ਨੂੰ ਰਿਪਬਲਿਕ ਡੇ ਵਜੋਂ ਹਰ ਸਾਲ ਮਨਾਏ ਜਾਂਦੇ ਜਸ਼ਨਾਂ ਬਾਰੇ ਇਸ ਦੇ ਵਿੱਚ ਇੱਕ ਆਲੋਚਨਾਤਮਕ ਟਿੱਪਣੀ ਕੀਤੀ ਗਈ ਹੈ। ਇਸ ਕਹਾਣੀ ਵਿੱਚ ਦੇਸ਼ ਉੱਤੇ ਰਾਜ ਕਰ ਰਹੀ ਹਾਕਮ ਜਮਾਤ ਅਤੇ ਆਮ ਕਾਮਾ ਸ਼੍ਰੇਣੀ ਦੇ ਅੰਤਰ ਸੰਬੰਧਾਂ ਦੀ ਹਕੀਕਤ ਨੂੰ ਕਾਮਿਆਂ ਦੇ ਆਪਸੀ ਵਾਰਤਾਲਾਪ ਦੀ ਜੁਗਤ ਰਾਹੀਂ ਉਘਾੜਨ ਦਾ ਯਤਨ ਕੀਤਾ ਗਿਆ, ਕੋਸ਼ਿਸ਼ ਕੀਤੀ ਗਈ ਹੈ। ਜਿਹੜਾ ਆਜ਼ਾਦੀ ਦਾ ਜਸ਼ਨ ਹੈਗਾ ਉਹਦੇ ਲਈ ਜਿਹੜਾ ਪੰਡਾਲ ਤਿਆਰ ਕੀਤਾ ਜਾਂਦਾ, ਉਹਦੀ ਸਫਾਈ ਕੀਤੀ ਜਾਂਦੀ ਹੈ, ਉਹਦਾ ਸਾਜੋ ਸਮਾਨ ਤਿਆਰ ਕੀਤਾ ਜਾਂਦਾ ਹੈ। 25 ਜਨਵਰੀ ਤੱਕ ਉਹ ਸਾਰੇ ਮਜ਼ਦੂਰ ਜਿਹੜੇ ਕਰਦੇ ਆ ਉਹਦੇ ਮਾਲਕ ਹੁੰਦੇ ਆ। 26 ਜਨਵਰੀ ਨੂੰ ਉਹਨਾਂ ਉਹਦੇ ਨੇੜੇ ਨਹੀਂ ਜਾਣ ਦਿੱਤਾ ਜਾਂਦਾ, ਉਹਦੀ ਮਾਲਕੀ ਖੁੱਸ ਜਾਂਦੀ ਹੈ ਤੇ 27 ਜਨਵਰੀ ਨੂੰ ਫਿਰ ਉਹ ਉੱਥੇ ਕੰਮ ਕਰਦੇ ਆ ਤੇ 27 ਜਨਵਰੀ ਨੂੰ ਜਦੋਂ ਕੰਮ ਕਰਦੇ ਆ ਉਹਨਾਂ ਦੀ ਆਪਸੀ ਜਿਹੜੀ ਬਾਤਚੀਤ ਹੈਗੀ ਆ, ਉਹਦੀ ਜਿਹੜੀ ਆਪਸੀ ਵਾਰਤਾਲਾਪ ਹੈਗੀ ਆ, ਉਹਦਾ ਆਪਦੀ ਗੱਲਬਾਤ ਹੈਗੀ ਆ, ਉਸ ਗੱਲਬਾਤ ਨੂੰ ਇਸ ਕਹਾਣੀ ਦਾ ਆਧਾਰ ਬਣਾਇਆ ਗਿਆ ਔਰ ਬੜੇ ਹੀ ਵਧੀਆ ਢੰਗ ਦੇ ਨਾਲ ਲੇਖਕ ਨੇ ਇਸ ਨੂੰ ਆਪਣੀ ਕਹਾਣੀ ਦੇ ਵਿੱਚ ਪੇਸ਼ ਕੀਤਾ ਹੈ ਔਰ ਦੱਸਿਆ ਕਿ ਕਿਸ ਤਰ੍ਹਾਂ ਨਾਲ ਕਾਮਾ ਜਮਾਤ ਆ ਜਿਹੜੀ ਉਹ ਅਣਗੌਲਿਆ ਕੀਤੀ ਜਾਂਦੀ ਹੈ ਰਾਜਨੀਤਿਕ ਲੀਡਰਾਂ ਦੁਆਰਾ। ਔਰ ਇਹਦੇ ਕਹਾਣੀ ਦੇ ਵਿੱਚ ਦੋ ਪਾਤਰ ਆਏ, ਇੱਕ ਨਾਨੂ ਹੈਗਾ, ਇੱਕ ਝੰਡੂ ਹੈ। ਇਹ ਨਾਨੂ ਤੇ ਝੰਡੂ ਦੋਨੇ ਹੀ ਇਸ ਕਹਾਣੀ ਦੇ ਮੁੱਖ ਪਾਤਰ ਨੇ ਔਰ ਦੋਨਾਂ ਬਾਰੇ ਕੁਐਸਚਨ ਵੀ ਪੁੱਛੇ ਜਾ ਸਕਦੇ ਆ ਅੱਗੇ ਚੱਲ ਕੇ। ਨਾਨੂ ਕੀ ਗੱਲ ਕਰਦਾ ਆਪਸ ਦੇ ਵਿੱਚ, ਉਹਨਾਂ ਦੇ ਆਪਸ ਦੀ ਗੱਲ ਬਾਅਦ ਦੇ ਵਿੱਚ ਕੁਛ ਗੱਲਾਂ ਨਿਕਲ ਰਹੀਆਂ। ਕੱਲਾ ਨਾਨੂ ਹੈ ਜਿਹੜਾ ਦੇਖਦਾ ਕਿ ਉਹ 26 ਜਨਵਰੀ ਨੂੰ ਜੰਗਲ ਟੱਪ ਕੇ ਚਲਿਆ ਜਾਂਦਾ ਅੰਦਰ ਅਤੇ ਉੱਥੇ ਥੋੜਾ ਬਹੁਤਾ ਆਜ਼ਾਦੀ ਦਾ ਸਮਾਗਮ ਦੇਖਦਾ ਹੈ ਤੇ ਉਹ ਆ ਕੇ ਆਪਣੇ ਸਾਥੀਆਂ ਨਾਲ ਉਹਦਾ ਇੱਕ ਕਲਪਨਕ ਸਮੂਲੀਅਤ ਨੂੰ ਆਪਣੇ ਸਾਥੀਆਂ ਦੇ ਨਾਲ ਸਾਂਝਾ ਕਰਦਾ ਤੇ ਉਹਦੇ ਸਾਥੀ ਜਿਹੜੇ ਉਸ ਨੂੰ ਦੇਖਦੇ ਕਿ ਇਹ ਬੰਦਾ ਤਾਂ ਬੜਾ ਭਾਗਸ਼ੀਲ ਹੈਗਾ ਜਿਹੜਾ ਇੱਕ 26 ਜਨਵਰੀ ਦੇ ਸਮਾਗਮਾਂ ਨੂੰ ਇਹ ਖੁਦ ਦੇਖ ਕੇ ਆਇਆ। ਅਸਲ ਦੇ ਵਿੱਚ ਇਹ ਕਹਾਣੀ ਦੇ ਵਿੱਚ ਜਿਹੜੀ ਮਜ਼ਦੂਰ ਵਰਗ ਹੈ ਉਸ ਦੇ ਧੁਰ ਅੰਦਰ ਹੀਨ ਸਥਿਤੀ ਪ੍ਰਤੀ ਦੁੱਖ, ਪੀੜ ਅਤੇ ਰੰਜ ਦੇ ਭਾਵ ਨੂੰ ਪ੍ਰਗਟ ਕਰਦੀ ਹੈ। ਇਸ ਕਹਾਣੀ ਦੇ ਵਿੱਚ ਇਹ ਚੀਜ਼ਾਂ ਪੇਸ਼ ਕੀਤੀਆਂ ਗਈਆਂ। ਇਹਨਾਂ ਜਸ਼ਨਾਂ ਵਿੱਚ ਉਹਨਾਂ ਦੇ ਸ਼ਾਮਲ ਨਾ ਹੋਣ ਅਤੇ ਉਹਨਾਂ ਨੂੰ ਆਗਿਆ ਨਾ ਹੋਣ ਕਾਰਨ ਹੀ ਉਹ ਬੜੇ ਦੁਖੀ ਮਨ ਦੇ ਨਾਲ ਆਪਸ ਦੇ ਵਿੱਚ ਗੱਲਬਾਤ ਕਰ ਰਹੇ ਹੈਗੇ ਆ। ਇਹ 27 ਜਨਵਰੀ ਕਹਾਣੀ ਦੇ ਵਿੱਚ ਸਾਰੀਆਂ ਚੀਜ਼ਾਂ ਸਾਹਮਣੇ ਆਉਂਦੀਆਂ। ਕੁਛ ਕੁਐਸਚਨ ਖੜੇ ਹੁੰਦੇ ਆ ਇਸ ਕਹਾਣੀ ਦੇ ਵਿੱਚ। ਉਹ ਕੁਐਸਚਨ ਕੀ ਹੈ ਕਿ ਨੰਬਰ 1 ਤੇ ਪਹਿਲਾ ਕੁਐਸਚਨ ਇਹ ਹੈ ਕਿ 27 ਜਨਵਰੀ ਦੀ ਚੋਣ ਹੀ ਕਿਉਂ ਕੀਤੀ ਵੀ 27 ਜਨਵਰੀ ਇਸ ਕਹਾਣੀ ਦਾ ਨਾਂ ਰੱਖਿਆ ਜਾਵੇ। ਅਸਲ ਦੇ ਵਿੱਚ ਇਹ ਹੈ ਕਿ ਲੇਖਕ ਨੇ ਬੜੇ ਸੁਚੇਤ ਢੰਗ ਦੇ ਨਾਲ ਆਪਣੀ ਰਚਨਾ ਦੀ ਵਸਤੂ ਚੋਣ ਪਿੱਛੇ ਇੱਕ ਪੂਰੇ ਦਾ ਪੂਰੀ ਦ੍ਰਿਸ਼ਟੀ ਕੰਮ ਕਰਦੀ ਹੈ। ਉਹ ਦ੍ਰਿਸ਼ਟੀ ਕੀ ਹੈ ਕਿ ਕਾਮਿਆਂ ਨੂੰ 25 ਜਨਵਰੀ ਤੇ 27 ਜਨਵਰੀ ਦਾ ਉਸ ਜਗ੍ਹਾ ਦੇ ਮਾਲਕ ਹੁੰਦੇ, ਪਰ 26 ਜਨਵਰੀ ਨੂੰ ਨੇੜੇ ਨਹੀਂ ਜਾਣ ਦਿੱਤਾ ਜਾਂਦਾ। ਜਿਹੜਾ ਸਾਡੀ ਮਜ਼ਦੂਰ ਦੀ ਧਿਰ ਹੈਗੀ ਆ ਉਹਦੇ ਤੇ ਆਵਾਜ਼ ਬੁਲੰਦ ਕਰਦਾ ਹੈ। ਜਿਹੜੀ ਸਾਡੀ ਆਜ਼ਾਦੀ ਹੈ, ਲੋਕ ਰਾਜ ਤੇ ਹਕੂਮਤੀ ਖਾਸੇ ਨੂੰ ਸਮਝਾਉਣ ਲਈ ਕੁਝ ਸਵਾਲ ਪੈਦਾ ਕਰਦਾ ਹੈ। ਸਵਾਲ ਕਿਹੜੇ ਆ ਉਹਨਾਂ ਦਾ ਅੱਗੇ ਜਾ ਕੇ ਜ਼ਿਕਰ ਹੋਊਗਾ ਕਿ ਇਹ ਜਿਹੜੇ ਲੋਕ ਰਾਜ ਹੈਗਾ, ਇਹ ਲੋਕਤੰਤਰ ਹੈਗਾ ਕਿ ਆਮ ਲੋਕਾਂ ਦੇ ਲਈ ਹੈ ਕਿ ਖਾਸ ਲੋਕਾਂ ਦੇ ਲਈ ਹੈ। ਆਮ ਲੋਕਾਂ ਦੇ ਲਈ ਇਹ ਲੋਕਤੰਤਰ ਨੇ ਕੀ ਦਿੱਤਾ ਹੈਗਾ ਤੇ ਖਾਸ ਲੋਕਾਂ ਨੇ ਲਈ ਇਹ ਲੋਕਤੰਤਰ ਨੇ ਕੀ ਦਿੱਤਾ ਹੈਗਾ, ਇਹਦੇ ਬਾਰੇ ਕਿਤੇ ਨਾ ਕਿਤੇ ਕੋਈ ਗੱਲ ਕਰ ਰਿਹਾ ਲੇਖਕ। ਕੁਝ ਕੁਐਸਚਨ ਜਿਹੜੇ ਉਠਾਏ ਹੈਗੇ, ਕੁਝ ਕੁਐਸਚਨ ਜਿਹੜੇ ਸਾਂਝੇ ਕੀਤੇ ਹੈਗੇ ਆ, ਉਹ ਵੀ ਅੱਗੇ ਜਾ ਕੇ ਆਪਾਂ ਉਹਦੇ ਬਾਰੇ ਗੱਲ ਕਰਾਂਗੇ। ਸਪਸ਼ਟ ਰੂਪ ਦੇ ਵਿੱਚ ਕਹਾਣੀਕਾਰ ਕਹਿੰਦਾ ਕਿ ਰਿਪਬਲਿਕ ਡੇ ਜਾਂ ਗਣਤੰਤਰ ਦਿਵਸ ਅਸਲ ਵਿੱਚ ਤਾਂ ਚਿੰਨ੍ਹ ਰੂਪ ਵਿੱਚ ਹੀ ਹਕੀਕਤ ਨੂੰ ਪੁਸ਼ਟ ਕਰਨ ਅਤੇ ਜਿਤਾਏ ਜਾਣ ਲਈ ਹੀ ਮਨਾਇਆ ਜਾਂਦਾ ਹੈ। ਸਾਡਾ ਇਹ ਲੋਕ ਰਾਜ ਜਿਹੜਾ ਆਮ ਲੋਕਾਂ ਦਾ ਰਾਜ ਹੈ ਦੇਖਣ ਨੂੰ ਤਾਂ, ਪਰ ਜਿਹੜੀ ਹਾਕਮ ਸ਼੍ਰੇਣੀ ਹੈਗੀ ਅਤੇ ਕੰਮ ਅਤੇ ਇਹਦੇ ਵਿੱਚ ਬਹੁਤ ਵੱਡਾ ਇੱਕ ਅੰਤਰ ਹੈ। ਇਹ ਅੰਤਰ ਕਿਉਂ ਹੈ ਇਹ ਲੇਖਕ ਪੁੱਛ ਰਿਹਾ। ਦੋਹਾਂ ਧਿਰਾਂ ਵਿਚਕਾਰੇ ਜੰਗਲੇ ਅਤੇ ਕੰਡਿਆਲੀ ਤਾਰ ਜਿਹੜੀ ਲਾਈ ਹੋਈ ਹੈ, ਇਹ ਕਿਉਂ ਹੈਗੀ? ਇੱਕ ਪਾਸੇ ਜਿਹੜੀ ਹਾਕਮ ਧਿਰ ਹੈਗੀ ਹੈ ਔਰ ਉਹ ਆਨੰਦ ਮਾਣ ਰਹੀ ਹੈ ਆਜ਼ਾਦੀ ਦਾ, ਦੂਸਰੇ ਪਾਸੇ ਕਾਮਾ ਧਿਰ ਹੈ ਤੇ ਉਹ ਨਰਕ ਵਰਗੀ ਜ਼ਿੰਦਗੀ ਗੁਜ਼ਾਰ ਰਹੀ ਹੈ। ਇਹ ਕਿਉਂ ਹੋ ਰਿਹਾ? ਇਹ ਲੇਖਕ ਕਹਾਣੀਕਾਰ ਤੁਹਾਡੇ ਸਾਹਮਣੇ ਕੁਝ ਪ੍ਰਸ਼ਨ ਪੈਦਾ ਕਰਦਾ ਹੈ, ਪਾਠਕਾਂ ਅੱਗੇ ਪ੍ਰਸ਼ਨ ਪੈਦਾ ਕਰਦਾ ਹੈ ਕਿ ਕਾਮਾ ਧਿਰ ਦੀ ਜ਼ਿੰਮੇਵਾਰੀ ਸਿਰਫ ਮਿਹਨਤ ਮਜ਼ਦੂਰੀ ਕਰਕੇ ਆਪਣੇ ਦੇਸ਼ ਦੀ ਉੱਨਤੀ ਵਿੱਚ ਹਿੱਸਾ ਪਾਉਣ ਦੀ ਹੀ ਹੈ? ਕੀ ਇਸ ਉੱਨਤੀ ਨਾਲ ਹੋਈਆਂ ਪ੍ਰਾਪਤੀਆਂ ਵਿੱਚ ਉਹਨਾਂ ਦਾ ਆਪਣਾ ਕੋਈ ਹਿੱਸਾ ਨਹੀਂ ਹੋਣਾ ਚਾਹੀਦਾ?
ਜੇ ਨਹੀਂ ਤਾਂ ਉਹ ਕਿਉਂ ਨਹੀਂ? ਕੀ ਇਸ ਆਜ਼ਾਦੀ ਤੇ ਲੋਕ ਰਾਜ ਦੀਆਂ ਖੁਸ਼ੀਆਂ ਨੂੰ ਮਾਣਨ ਦਾ ਹੱਕ ਕੇਵਲ ਜੰਗਲਿਆਂ ਅਤੇ ਕੰਡਿਆਲੀ ਤਾਰ ਦੇ ਪਾਰ ਮੰਚ ਉੱਤੇ ਸੁਰੱਖਿਅਤ ਬੈਠੇ ਆਗੂਆਂ, ਨੌਕਰਸ਼ਾਹਾਂ ਤੇ ਪਤਵੰਤੇ ਲੋਕਾਂ ਨੂੰ ਹੀ ਹੈ? ਆਮ ਲੋਕਾਂ ਨੂੰ ਇਹ ਚੀਜ਼ ਨਹੀਂ ਹੈਗੀ? ਮਜ਼ਦੂਰ ਲੋਕਾਂ ਨੂੰ ਨਹੀਂ ਹੈਗੀ? ਕੀ ਇਹ ਲੋਕ ਰਾਜ ਕੇਵਲ ਉਹਨਾਂ ਸਮਰੱਥ ਤੇ ਅਮੀਰ ਪਤਵੰਤੇ ਲੋਕਾਂ ਲਈ ਹੀ ਹੈ? ਜੇ ਇਹ ਲੋਕ ਰਾਜ ਦੇ ਮਾਲਕ ਉਹੋ ਹੀ ਲੋਕਾਂ ਲਈ ਹੀ ਹੈ ਤਾਂ ਝੰਡੂ ਅਤੇ ਨਾਨੂ ਹੋਰਾਂ ਦਾ ਸ਼ੁਮਾਰ ਲੋਕਾਂ ਵਿੱਚ ਨਹੀਂ ਕੀਤਾ ਜਾਂਦਾ? ਕਿ ਉਹ ਇਨਸਾਨ ਨਹੀਂ ਹੈਗੇ? ਝੰਡੂ ਦੇ ਇਹਨਾਂ ਸ਼ਬਦਾਂ ਵਿੱਚ ਖਬਰੇ ਸਾਨੂੰ ਬੰਦੇ ਹੀ ਨਾ ਸਮਝਿਆ ਜਾਂਦਾ ਹੋਵੇ। ਇਹ ਬਹੁਤ ਸਾਰੇ ਵਿਅੰਗ ਇਸ ਕਹਾਣੀ ਦੇ ਵਿੱਚ ਕਟਾਕਸ਼ ਇਸ ਕਹਾਣੀ ਦੇ ਵਿੱਚ ਪੇਸ਼ ਕੀਤੇ ਗਏ ਆ, ਔਰ ਲੇਖਕ ਨੇ ਸਫਲਤਾਪੂਰਵਕ ਇਸ ਕਹਾਣੀ ਦੇ ਵਿੱਚ ਇਹਨਾਂ ਨੂੰ ਨਿਭਾਇਆ, ਪੇਸ਼ ਕੀਤਾ ਹੈ ਔਰ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਕਾਮਾ ਸ਼੍ਰੇਣੀ ਹੈ ਉਹਦੇ ਵਿੱਚ ਇੱਕ ਸੰਯੁਕਤ ਰੂਪ ਦੇ ਵਿੱਚ ਕਿਤੇ ਨਾ ਕਿਤੇ ਰੋਸ਼ ਪੈਦਾ ਹੁੰਦਾ ਹੈ। ਪਰ ਕਿਉਂਕਿ ਕਹਾਣੀਕਾਰ ਖੁਦ ਰਾਜ ਸ਼੍ਰੇਣੀ ਦਾ ਕਿਤੇ ਨਾ ਕਿਤੇ ਅੰਗ ਰਿਹਾ ਹੈ, ਇਸੇ ਕਰਕੇ ਉਹ ਰੋਸ਼ ਨੂੰ ਬੇਲਗਾਮ ਨਹੀਂ ਹੋਣ ਦੇਣਾ ਚਾਹੁੰਦਾ ਇਸ ਕਹਾਣੀ ਦੇ ਵਿੱਚ। ਅੱਗੇ ਜਾ ਕੇ ਨਾਨੂ ਦੇ ਮਾਧਿਅਮ ਰਾਹੀਂ ਜਦੋਂ ਇਹ ਆਖਦਾ ਕਿ ਜੇ ਕੋਈ ਰਾਜ ਮਜ਼ਦੂਰ ਕਿਸੇ ਦਾ ਮਕਾਨ ਬਣਾਵੇ ਤਾਂ ਉਸ ਵਿੱਚ ਉਹਦਾ ਰਹਿਣ ਦਾ ਹੱਕ ਨਹੀਂ ਮੰਨਿਆ ਜਾ ਸਕਦਾ, ਜਾਂ ਮਲਕਾਂ ਦੇ ਦੇਸ਼ ਵਰਗਾ ਰਹਿਣ ਸਹਿਣ ਪ੍ਰਾਪਤ ਕਰਨ ਲਈ ਸਭ ਨੂੰ ਰਲ ਮਿਲ ਕੇ ਮਿਹਨਤ ਕਰਨੀ ਚਾਹੀਦੀ ਹੈ, ਜਾਂ ਸਾਂਝੇ ਦੇਸ਼ ਲਈ ਕੀਤੀ ਮਿਹਨਤ ਦੇਸ਼ ਸੇਵਾ ਹੀ ਸਮਝੀ ਜਾਣੀ ਚਾਹੀਦੀ ਹੈ। ਝੰਡੂ ਨੂੰ ਦਿਲ ਨਾਲ ਨਹੀਂ ਅਜਿਹੀਆਂ ਗੱਲਾਂ ਲਾਉਣੀਆਂ ਚਾਹੀਦੀਆਂ, ਸਗੋਂ ਉਹਨੂੰ ਰਿਪਬਲਿਕ ਡੇ ਦੇ ਜਸ਼ਨਾਂ ਦੇ ਨੇੜੇ ਨਹੀਂ ਜਾਣ ਦਿੱਤਾ। ਇਹ ਤਾਂ ਉਹਨੂੰ ਮਨ ਤੋਂ ਲਾ ਦੇਣੀ ਚਾਹੀਦੀ ਹੈ ਗੱਲ, ਉਹ ਕਹਿੰਦਾ। ਤੇ ਪਾਠਕਾਂ ਤੇ ਇੱਕ ਸੁਨੇਹਾ ਲੇਖਕ ਇਸ ਕੋਸ਼ਿਸ਼ ਦੇ ਵਿੱਚ ਲੱਗ ਜਾਂਦਾ ਪਹੁੰਚਾਉਣ ਦੇ ਵਿੱਚ ਕਿ ਜੋ ਸਥਿਤੀ ਹੈਗੀ ਹੈ ਉਹਨੂੰ ਜਿਉਂਦਾ ਤਿਉਂ ਉਸੇ ਤਰ੍ਹਾਂ ਹੀ ਰਹਿਣਾ ਚਾਹੀਦਾ ਹੈ, ਔਰ ਇਹ ਦਲੀਲਾਂ ਵੀ ਦਿੰਦਾ ਜਾਪਦਾ ਹੈ ਕਿ ਇਸ ਸਥਿਤੀ ਨੂੰ ਬਦਲਣਾ ਦੀ ਕੋਈ ਲੋੜ ਨਹੀਂ ਹੈਗੀ। ਇਸ ਤਰ੍ਹਾਂ ਦੀ ਗੱਲ ਹੈ। ਹਾਲਾਂਕਿ ਉਹਨੇ ਉਸ ਸਥਿਤੀ ਨੂੰ ਪੇਸ਼ ਤਾਂ ਕਰਤਾ, ਪਰ ਉਹ ਸਥਿਤੀ ਨੂੰ ਯਥਾਰਥ ਉਸੇ ਰੂਪ ਦੇ ਵਿੱਚ ਰੱਖਣਾ ਚਾਹੁੰਦਾ ਹੈ। ਪਰ ਇਸ ਦੇ ਬਾਵਜੂਦ ਲੇਖਕ ਦੀ ਵਾਰਤਾਲਾਪ ਵਿਅੰਗ ਸਿਰਜਣਾ ਦੀ ਯੁਕਤ ਨਿਮਨ ਵਰਗ ਦੀ ਸੋਚ ਤੇ ਸਥਿਤੀ ਨੂੰ ਹਕੀਕੀ ਰੂਪ ਵਿੱਚ ਪ੍ਰਤੀਬਿੰਬਿਤ ਕਰਨ ਵਿੱਚ ਕਾਮਯਾਬ ਰਹਿੰਦੀ ਹੈ। ਇਸ ਗੱਲ ਦੇ ਬਾਵਜੂਦ ਕਿ ਲੇਖਕ ਮਲਕਾ ਦੇ ਅਜਿਹੇ ਸਵਾਗਤ ਨੂੰ ਭਾਰਤੀ ਸੱਭਿਆਚਾਰ ਦੀ ਪ੍ਰਾਹੁਣਾਚਾਰੀ ਦੇ ਮੁੱਲ ਵਜੋਂ ਵੀ ਵੇਖਦਾ ਹੈ, ਔਰ ਕਿਤੇ ਨਾ ਕਿਤੇ ਜਾ ਕੇ ਇਹ ਗੱਲ ਨੂੰ ਤੇ ਮੋਹਰ ਲਾ ਦਿੰਦਾ ਕਿ ਜੋ ਕੁਝ ਹੋਇਆ ਉਹ ਸਹੀ ਹੀ ਹੋਇਆ, ਕਿਉਂਕਿ ਜੇਕਰ ਉਹ ਕਿਤੇ ਰਾਜ ਸ਼੍ਰੇਣੀ ਦੇ ਹੱਕ ਦੇ ਵਿੱਚ ਨਾ ਖੜੇ ਤਾਂ ਉਹਨੂੰ ਲੱਗਦਾ ਕਿਤੇ ਵਿਦਰੋਹ ਆ ਕੇ ਤੇ ਇਹ ਚੀਜ਼ ਨੂੰ ਸਾਰੀ ਨੂੰ ਤੋੜ ਨਾ ਦੇਵੇ। ਅੱਗੇ ਇਸ ਕਹਾਣੀ ਦੇ ਵਿੱਚ ਲੇਖਕ ਨੇ ਉਹਨਾਂ ਦੇ ਆਪਸ ਦੀ ਵਾਰਤਾਲਾਪ ਦੇ ਵਿੱਚੋਂ ਛੋਟੀਆਂ ਇੱਕ ਕਹਾਣੀਆਂ ਪੈਦਾ ਕੀਤੀਆਂ, ਛੋਟੇ ਇੱਕ ਵਿਅੰਗ ਪੈਦਾ ਕੀਤੇ ਹੈ। ਉਹ ਵਿਅੰਗ ਕਹਾਣੀ ਦਾ ਭਾਗ ਬਣਦੇ ਹੈ, ਔਰ ਝੰਡੂ ਤੇ ਨਾਨੂ ਦੀ ਗੱਲ ਦੇ ਵਿੱਚ ਜਿਹੜੇ ਦੂਸਰੇ ਮਜ਼ਦੂਰ ਹੈ ਉਹ ਵੀ ਆ ਕੇ ਸ਼ਾਮਲ ਹੋ ਜਾਂਦੇ ਆ। ਲੇਖਕ ਦੀ ਇੱਕ ਕਹਾਣੀਕਾਰ ਦੀ ਇੱਕ ਪ੍ਰਾਪਤੀ ਇਹ ਮੰਨੀ ਜਾ ਸਕਦੀ ਹੈ ਕਿ ਅੱਜ ਕੱਲ੍ਹ ਜਿਹੜੇ ਹਾਸ਼ੀਆਗਤ ਲੋਕਾਂ ਦੀ ਗੱਲ ਕੀਤੀ ਜਾਂਦੀ ਹੈ, ਦਲਿਤ ਚਿੰਤਨ ਤੇ ਦਲਿਤ ਸਾਹਿਤ ਦੀ ਗੱਲ ਕੀਤੀ ਜਾਂਦੀ ਹੈ, ਉਹ ਉਚੇਚੇ ਤੌਰ ਤੇ ਅੱਜ ਦਾ ਸਾਹਿਤ ਪੇਸ਼ ਕਰ ਰਿਹਾ ਹੈਗਾ। ਪਰ ਇਸ ਕਹਾਣੀ ਦੀ ਇੱਕ ਵਿਸ਼ੇਸ਼ਤਾ ਇਹ ਵੀ ਹੈ ਕਿ ਇਹ ਸਾਡੇ ਮੁੱਢਲੇ ਕਹਾਣੀਕਾਰਾਂ ਦੇ ਵਿੱਚ ਸ਼ਾਮਲ ਕਹਾਣੀਕਾਰ ਦਲਿਤ ਵਰਗ ਦੀ ਗੱਲ ਕਰਦਾ ਹੈ। ਦਲਿਤਾਂ ਤੇ ਦਬੇ ਕੁਚਲੇ ਲੋਕਾਂ ਲਈ ਕੇਵਲ ਹਮਦਰਦੀ ਹੀ ਨਹੀਂ ਰੱਖਦਾ, ਸਗੋਂ ਉਹਨਾਂ ਦੇ ਜੀਵਨ ਨੂੰ ਬਦਲਿਆ ਹੋਇਆ ਵੀ ਵੇਖਣਾ ਚਾਹੁੰਦਾ ਹੈ। ਸੋ ਵਿਦਿਆਰਥੀਓ, ਇੱਥੋਂ ਕਹਾਣੀ ਸ਼ੁਰੂ ਹੋ ਜਾਂਦੀ ਹੈ। ਇਸ ਥੜੇ ਉੱਤੇ ਇੱਕ ਵੱਡੇ ਛੱਤਰ ਹੇਠ ਰਾਸ਼ਟਰਪਤੀ ਜੀ ਬੈਠੇ ਹਨ। ਉਸ ਦਿਨ ਦਾ ਪਰੇਡ ਵਾਲੇ ਦਿਨ ਦੀ ਹਾਲਤ ਦੱਸ ਰਿਹਾ ਕਿ ਉਹਦੇ ਨਾਲ ਬਾਹਰੋਂ ਆਏ ਜਿਹੜੇ ਮਲਕਾ ਉਸ 26 ਜਨਵਰੀ ਦੀ ਮੁੱਖ ਮਹਿਮਾਨ ਸੀਗੀ, ਤੇ ਹੋਰ ਦੇਸ਼ਾਂ ਦੇ ਪ੍ਰਤੀਨਿਧ ਲੋਕ, ਸਾਡੇ ਪ੍ਰਧਾਨ ਮੰਤਰੀ ਉਸ ਸਮੇਂ ਦੇ ਤੇ ਉਹਨਾਂ ਦੀ ਵਜ਼ਾਰਤ, ਉਪ ਰਾਸ਼ਟਰਪਤੀ ਤੇ ਹੋਰ ਬਾਕੀ ਜਿਹੜੇ ਦੇਸ਼ ਦੇ ਅਮੀਰ ਵਰਗ ਦੇ ਲੋਕ ਜਾਂ ਖਾਸ ਪ੍ਰਤੀਨਿਧ ਅਫਸਰ ਲੋਕ ਉਸ ਜਗ੍ਹਾ ਦੇ ਉੱਪਰ ਬੈਠੇ ਸੀਗੇ ਵਿਦੇਸ਼ੀ ਪ੍ਰਾਹੁਣਿਆਂ ਦੇ ਨਾਲ। ਪਰ ਸਧਾਰਨ ਲੋਕਾਂ ਨੂੰ ਉੱਥੇ ਜਾਣ ਦੀ ਇਜਾਜ਼ਤ ਨਹੀਂ ਸੀਗੀ, ਆਮ ਲੋਕਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਸੀਗੀ। ਨਾਨੂ ਤੇ ਝੰਡੂ ਇਸ ਕਹਾਣੀ ਦੇ ਮੁੱਖ ਪਾਤਰ ਹੈਗੇ, ਤੇ ਉਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਜਿਹੜੀ ਹੁੰਦੀ ਹੈਗੀ ਆ ਉਹਦੇ ਤੋਂ ਇਹ ਸਾਰੀ ਚੀਜ਼ ਉੱਭਰ ਕੇ ਸਾਹਮਣੇ ਆਉਂਦੀ ਹੈ। ਇੰਡੀਆ ਗੇਟ ਦੇ ਨਾਲ ਜਿਨ੍ਹਾਂ ਲੋਹੇ ਦੀਆਂ ਕੰਡਿਆਲੀਆਂ ਤਾਰਾਂ ਨੂੰ ਕੱਲ ਸਵੇਰ ਤੱਕ ਮਜ਼ਬੂਤ ਤੋਂ ਮਜ਼ਬੂਤ ਬਣਾਉਣ ਦੇ ਯਤਨ ਹੁੰਦੇ ਰਹੇ ਸੀਗੇ, ਅੱਜ ਉਹਨਾਂ ਜੰਗਲਿਆਂ ਨੂੰ ਉਹ ਖੋਲ ਰਹੇ 27 ਤਰੀਕ ਨੂੰ, ਕਿਉਂਕਿ ਉਦੋਂ ਪਹਿਲਾਂ ਸਮਾਗਮ ਉਹ ਖਤਮ ਹੋ ਚੁੱਕਾ ਸੀਗਾ। ਔਰ ਉਹਨਾਂ ਦੀ ਆਪਸ ਦੀ ਗੱਲਬਾਤ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨਿਕਲ ਰਹੀਆਂ, ਉਹ ਸਾਫ਼ ਸਫਾਈ ਕਰ ਰਹੇ ਹੈਗੇ ਆ, ਜਿਹੜਾ ਸਮਾਨ ਆ ਉਹਨੂੰ ਸਮੇਟ ਰਹੇ ਹੈਗੇ ਆ, ਉਹਨੂੰ ਸਾਂਭ ਰਹੇ ਆ। ਪਰ ਫਿਰ ਵੀ ਉਹ ਕੁਛ ਨਾ ਕੁਛ ਗੱਲਾਂ ਆਪਸ ਦੇ ਵਿੱਚ ਕਰ ਰਹੇ ਹੈਗੇ ਆ। ਅੱਗੇ ਚੱਲ ਕੇ ਦੇਖੋ ਗੱਲ
ਕੰਡਿਆਲੀਆਂ ਤਾਰਾਂ ਨਾਲ ਮੇਰੇ ਹੱਥ ਅਜੇ ਵੀ ਛਿੱਲੇ ਪਏ ਹਨ। ਤਾਰਾਂ ਵਿੱਚ ਤਾਰਾਂ ਹੱਥ ਲਾਏ ਬਿਨਾਂ ਫਸਦੀਆਂ ਨਹੀਂ ਸਨ। ਉਹਨਾਂ 25 ਜਨਵਰੀ ਦੀ ਗੱਲ ਕਰ ਰਹੇ ਹੈਗੇ ਆ ਤੇ 27 ਜਨਵਰੀ ਨੂੰ ਖੋਲ ਰਹੇ ਆ। ਇਹ ਗੱਲ ਸੁਣ ਕੇ ਝੰਡੂ ਆਖ ਲੱਗਾ 25 ਤਰੀਕ ਦੀ ਰਾਤ ਤੱਕ ਤਾਂ ਅਸੀਂ ਸਾਰੇ ਇੰਡੀਆ ਗੇਟ ਦੇ ਜਿਵੇਂ ਮਾਲਕ ਸਾਂ। ਅੰਡਰਲਾਈਨ ਕਰਨ ਵਾਲੀ ਗੱਲ ਹੈ। ਅਸਾਂ ਇੱਥੇ ਇੱਕ ਕੱਖ ਵੀ ਨਹੀਂ ਖਿਲਰਨ ਦਿੱਤਾ। ਪਰ ਖੁਸ਼ੀ ਵਾਲੇ ਦਿਨ 26 ਤਰੀਕ ਨੂੰ ਸਵੇਰੇ ਹੀ ਸਾਡੀ ਸਾਰੀ ਮਾਲਕੀ ਖੁੱਸ ਗਈ। ਕਿਸੇ ਨੇੜੇ ਨਹੀਂ ਲੱਗਣ ਦਿੱਤਾ ਤੇ ਅੱਜ ਸਵੇਰੇ ਹੀ ਫਿਰ ਆਣ ਡਾਇਆ ਨੇ। ਝੰਡੂ ਦਾ ਗਿਲਾ ਸੁਣ ਕੇ ਕੋਲੋਂ ਲੰਘਦਾ ਇੱਕ ਬੰਦਾ ਖਲੋ ਜਾਂਦਾ ਹੈ। ਕਹਾਣੀ ਅੱਗੇ ਤੁਰਦੀ ਹੈ। ਲੇਖਕ ਆਪਣੇ ਕਹਾਣੀ ਸਿਰਜਣ ਦੀ ਪ੍ਰਕਿਰਿਆ ਨੂੰ ਅੱਗੇ ਤੋਰਦਾ ਹੈ ਔਰ ਵੱਖ-ਵੱਖ ਢੰਗਾਂ ਦੇ ਨਾਲ ਇਸ ਕਹਾਣੀ ਦੇ ਵਿੱਚ ਪਾਤਰਾਂ ਦੀ ਪਾਤਰੋਸਾਰੀ ਵੀ ਕਰ ਰਿਹਾ ਹੈ ਔਰ ਵੱਖ-ਵੱਖ ਪਾਤਰਾਂ ਨੂੰ ਪੇਸ਼ ਕਰਕੇ ਕਹਾਣੀ ਦੀ ਜਿਹੜੀ ਉਹਦਾ ਵਿਸ਼ਾ ਹੈਗਾ ਉਹਨੂੰ ਪੇਸ਼ ਕਰਨ ਦੀ ਗੱਲ ਵੀ ਕਰ ਰਿਹਾ ਹੈ। ਆ ਦੇਖੋ ਅੱਗੇ ਜਾ ਕੇ ਫਿਰ ਉਹੀ ਗੱਲ। ਝੰਡੂ ਨੇ ਇਸ ਵੇਲੇ ਆਪਣੀ ਸ਼ਕਤੀ ਤੋਂ ਵਧੇਕ ਜ਼ੋਰ ਲਾ ਕੇ ਆਖਿਆ, ਖਬਰੇ ਸਾਨੂੰ ਬੰਦਾ ਹੀ ਨਾ ਸਮਝਿਆ ਜਾਂਦਾ ਹੋਵੇ। ਇਹ ਕਹਾਣੀ ਦਾ ਮੇਨ ਡਾਇਲੌਗ ਕਿਹਾ ਜਾ ਸਕਦਾ। ਖਬਰੇ ਸਾਨੂੰ ਬੰਦਾ ਹੀ ਨਾ ਸਮਝਿਆ ਜਾਂਦਾ ਹੋਵੇ, ਪਰ ਪਾਸ ਤੇ ਇੱਕ ਸਾਨੂੰ ਵੀ ਹੱਥ ਆ ਹੀ ਗਿਆ ਸੀ। ਸਾਡਾ ਗੁਆਂਢੀ ਇੱਕ ਮੁੰਡਾ ਇੱਥੇ ਅਫਸਰੇ ਚਿੱਠੀਆਂ ਲਿਆਉਣ ਪਹੁੰਚਾਉਣ ਦਾ ਕੰਮ ਕਰਦਾ ਹੈ। ਉਹ ਕਿਧਰੋਂ ਪਾਸ ਲੈ ਕੇ ਆਇਆ ਸੀ। ਇੱਥੋਂ ਦਾ ਨਹੀਂ, ਉੱਥੋਂ ਦਾ ਜਿੱਥੇ ਸਾਡੇ ਬਾਦਸ਼ਾਹ ਰਾਸ਼ਟਰਪਤੀ ਜੀ ਰਹਿੰਦੇ ਨੇ। ਰਾਸ਼ਟਰਪਤੀ ਭਵਨ ਦੇ ਵਿੱਚੋਂ ਉਹਨੂੰ ਪਾਸ ਮਿਲ ਗਿਆ ਸੀ, ਜਿੱਥੇ ਮਲਕਾ ਰਾਣੀ ਆਈ ਹੋਈ ਹੈ ਤੇ ਮੁੱਖ ਮਹਿਮਾਨ ਉੱਥੇ ਠਹਿਰੀ ਹੋਈ ਸੀਗੀ। ਵਾਹ ਵਾਹ, ਉੱਥੇ ਦਾ ਤਾਂ ਫਿਰ ਮਲਕਾ ਨੂੰ ਚੰਗੀ ਤਰ੍ਹਾਂ ਵੇਖਿਆ ਜਾ ਸਕਦਾ ਸੀ। ਨਾਨੂ ਦੀ ਗੱਲ ਸੁਣ ਕੇ ਝੰਡੂ ਵੀ ਉਵਾਸੀ ਲੈਂਦਾ। ਪਾਸ ਲੈ ਕੇ ਮੇਰਾ ਮੁੰਡਾ, ਝੰਡੂ ਦਾ ਮੁੰਡਾ ਜਿਹੜਾ ਪਾਸ ਲੈ ਕੇ ਮੇਰਾ ਮੁੰਡਾ ਉੱਥੇ ਗਿਆ ਸੀ, ਪਰ ਉਸ ਨੂੰ ਕਿਸੇ ਨੇ ਅੰਦਰ ਨਹੀਂ ਜਾਣ ਦਿੱਤਾ। ਕੱਪੜੇ ਤਾਂ ਸਾਡੇ ਇਹੋ ਜਿਹੇ ਹੀ ਹੋਣੇ ਸਨ। ਸੰਤਰੀਆਂ ਨੇ ਉਲਟਾ ਉਸ ਨੂੰ ਡਾਂਟਿਆ ਤੇ 2 ਧੱਕੇ ਦੇ ਕੇ ਪਿੱਛੇ ਮੋੜ ਦਿੱਤਾ। ਪਾਸ ਵੀ ਖੋਲਿਆ ਤੇ ਕਿਹਾ, ਭੱਜ ਜਾ, ਨਹੀਂ ਤਾਂ ਚੋਰੀ ਦੇ ਵਿੱਚ ਤੈਨੂੰ ਪਕੜਿਆ ਜਾਏਗਾ। ਤੂੰ ਕਿਸੇ ਦਾ ਪਾਸ ਚੁਰਾ ਲਿਆ ਹੈ। ਦੇਖੋ ਬੱਚੇ, ਇੱਥੇ ਵਿਦਿਆਰਥੀ ਦੇਖੋ ਕਿ ਉਹਨਾਂ ਨੂੰ ਪਾਸ ਵੀ ਮਿਲ ਗਿਆ ਸੀ, ਪਰ ਉਹਨਾਂ ਦਾ ਜਿਹੜੇ ਪਹਿਰਾਵਾ ਸੀਗਾ, ਉਹਨਾਂ ਦੇ ਜਿਹੜੇ ਕੱਪੜੇ ਪਾਏ ਹੋਏ ਸੀ, ਉਹ ਗਰੀਬੀ ਦਾਅਵੇ ਸੀਗੇ ਔਰ ਉਹ ਪਾਟੇ ਹੋਏ ਕੱਪੜਿਆਂ ਦੇ ਵਿੱਚ ਜਦੋਂ ਪਾਸ ਲੈ ਕੇ ਪਹੁੰਚਿਆ ਤਾਂ ਪੁਲਿਸ ਵਾਲਿਆਂ ਨੂੰ ਉਹਦੇ ਤੇ ਯਕੀਨ ਨਹੀਂ ਆਇਆ। ਉਹ ਕਹਿੰਦਾ ਤੂੰ ਕਿਤੇ ਚੋਰੀ ਕਰਕੇ ਲਿਆਇਆ, ਤੂੰ ਭੱਜ ਆ ਇੱਥੋਂ। ਉਹਦਾ ਪਾਸ ਖੋਹ ਲੈਂਦੇ ਆ ਤੇ ਉਹਨੂੰ ਉੱਥੋਂ ਤੱਕ ਨੇੜੇ ਨਹੀਂ ਲੱਗਣ ਦਿੱਤੇ। ਇਹ ਮਜ਼ਦੂਰ ਵਰਗ ਦਾ ਇੱਕ ਬਹੁਤ ਵੱਡਾ ਆਪਾਂ ਇੱਕ ਗੱਲ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਦੁਖਾਂਤ ਹੈ। ਇਹ ਦੁਖਾਂਤ ਨੂੰ ਇਹ ਕਹਾਣੀ ਪੇਸ਼ ਕਰ ਰਹੀ ਹੈਗੀ ਹੈ। ਝੰਡੂ ਦਾ ਮੁੰਡਾ ਝੱਕ ਗਿਆ ਹੋਵੇਗਾ ਬਈ ਐਡੇ ਵੱਡੇ ਲੋਕਾਂ ਵਿੱਚ ਕੀਕਣ ਜਾਵੇ। ਇਹ ਗੱਲ ਸੁਣ ਕੇ ਸਾਨੂ ਨੇ ਕਿਹਾ, ਗੱਲ ਠੀਕ ਹੈ, ਡਰਿਆ ਕਿ ਮਰਿਆ। ਅਸੀਂ ਕਦੇ ਨਹੀਂ ਡਰੇ, ਜੇ ਡਰਦੇ ਤਾਂ ਇਹ ਕੁਝ ਕੱਲ੍ਹ ਵੇਖ ਸਕਦੇ ਸਾਂ। ਇਸ ਵਾਰ ਪਾਬੰਦੀ ਵੀ ਬੜੀ ਸੀ, ਡਰੇ ਨਾ ਤਾਂ ਕੀ ਕਰੇ। ਬੜਾ ਫਰਕ ਹੈ, ਸਾਡੇ ਕੱਪੜਿਆਂ ਤੋਂ ਪਤਾ ਲੱਗ ਜਾਂਦਾ ਹੈ ਕਿ ਸਾਡੇ ਕੱਪੜਿਆਂ ਤੋਂ ਪਤਾ ਲੱਗ ਜਾਂਦਾ ਹੈ ਕਿ ਗਰੀਬ ਦਾ, ਅਮੀਰ ਦਾ, ਪੇਂਡੂ ਦਾ, ਸ਼ਹਿਰੀ ਦਾ। ਬਲੈਤ ਵਿੱਚ ਆਖਦੇ ਨੇ ਕੁਝ ਪਤਾ ਨਹੀਂ ਲੱਗਦਾ। ਹੁਣ ਬਲੈਤ ਦੀ ਅਮੀਰੀ ਦੀ ਗੱਲ ਕਰਦੇ ਆ, ਜਿਹੜੇ ਫੋਰਨ ਦੀ ਅਮੀਰੀ ਦੀ ਗੱਲ ਕਰਦੇ ਆ, ਉੱਥੇ ਆਮ ਲੋਕਾਂ ਦਾ ਤੇ ਰਾਜ ਸ਼੍ਰੇਣੀ ਦੇ ਕੱਪੜਿਆਂ ਦੇ ਵਿੱਚ ਬਹੁਤਾ ਅੰਤਰ ਨਹੀਂ, ਕਿਉਂਕਿ ਉਹ ਲੋਕਾਂ ਦੀ ਆਮਦਨ ਬਹੁਤ ਜ਼ਿਆਦਾ ਹੈ ਔਰ ਉਹਨਾਂ ਦਾ ਤੇ ਸਧਾਰਨ ਲੋਕਾਂ ਦਾ ਤੇ ਰਾਜ ਸ਼੍ਰੇਣੀ ਦੇ ਕੱਪੜਿਆਂ ਦੇ ਵਿੱਚ ਬਹੁਤਾ ਅੰਤਰ ਨਹੀਂ। ਉੱਥੇ ਪਤਾ ਹੀ ਨਹੀਂ ਲੱਗਦਾ ਕਿ ਮਲਕਾ ਜਾ ਰਹੀ ਹੈ ਕਿ ਕੋਈ ਉੱਥੋਂ ਦੀ ਲੋਕਲ ਲੇਡੀ ਜਾ ਰਹੀ ਹੈ। ਮਲਕਾ ਤੇ ਲੋਕਲ ਲੋਕਾਂ ਦਾ ਵਿੱਚ ਬਹੁਤਾ ਕੋਈ ਅੰਤਰ ਨਹੀਂ। ਇਹ ਗੱਲ ਨੂੰ ਉਹ ਉਭਾਰ ਰਿਹਾ ਕਹਾਣੀਕਾਰ ਅੱਗੇ ਜਾ ਕੇ। ਔਰ ਝੰਡੂ ਤੇ ਜਿਹੜੀ ਉਹਨਾਂ ਦੀ ਨਾਨੂ ਦੀ ਆਪਸੀ ਗੱਲਬਾਤ ਹੈਗੀ ਹੈ, ਉਹਦੇ ਵਿੱਚੋਂ ਕਿਤੇ ਨਾ ਕਿਤੇ ਜਾ ਕੇ ਇਸ ਕਹਾਣੀ ਦਾ ਅੱਗੇ ਵਿਸ਼ਾ ਤੁਰ ਰਿਹਾ ਹੈ। ਅੱਛਾ, ਆਸਾਂ ਭਰਪੂਰ ਲਹਿਜੇ ਵਿੱਚ ਝੰਡੂ ਨੇ ਕਿਹਾ ਕਿ ਮਿਹਨਤ ਤੇ ਅਸੀਂ ਵੀ ਘੱਟ ਨਹੀਂ ਕੀਤੀ। ਇਹ ਸਾਰਾ ਕੁਝ ਸਾਜ਼ ਸਮਾਨ ਅਸਾਂ ਸਾਰਿਆਂ ਘੱਟ ਮਿਹਨਤ ਕੀਤੀ ਹੈ। ਉਹ ਝੰਡੂ ਚਾਚਾ, ਇਹ ਬੜੀ ਨਿੱਕੀ ਜਿਹੀ ਗੱਲ ਏ। ਸਾਰੇ ਦੇਸ਼ ਦੀ ਸਾਂਝੀ ਉੱਨਤੀ ਲਈ ਸਾਰੇ ਰਲ ਕੇ ਮਿਹਨਤ ਕਰਨ ਦਾ ਕਾਇਆ ਪਲਟ ਜਾਂਦੀ ਹੈ ਮੁਲਕ ਦੀ। ਪਰ ਨਾਨੂੰ ਬਣਾਉਣਾ ਪਿੱਛੋਂ ਸਾਡੇ ਗਰੀਬਾਂ ਨਾਲ ਉਦੋਂ ਵੀ ਉਹੀ ਸਲੂਕ ਹੋਵੇਗਾ। ਹੁਣ ਦੇਖੋ ਗੱਲ ਫੇਰ ਹੈ, ਕਹਿੰਦਾ ਕਿ ਜੇ ਦੇਸ਼ ਦੀ ਤਰੱਕੀ ਕਰਨੀ ਹੈ ਤਾਂ ਸਾਰੇ ਲੋਕਾਂ ਨੂੰ ਸਾਨੂੰ ਮਿਹਨਤ ਕਰਨੀ ਚਾਹੀਦੀ ਹੈ। ਹੁਣ ਉਹ ਕਹਿੰਦਾ ਵੀ ਮਿਹਨਤ ਤਾਂ ਅਸੀਂ ਕਰ ਲਾਂਗੇ, ਪਰ ਜਦੋਂ ਮਿਹਨਤ ਕਰਕੇ ਅਸੀਂ ਕੁਛ ਪ੍ਰਾਪਤ ਕਰ ਲਿਆ, ਗਰੀਬ ਲੋਕਾਂ ਨੂੰ ਫੇਰ ਕੁਛ ਨਹੀਂ ਮਿਲਣਾ। ਕਿਉਂਕਿ ਜਿਵੇਂ ਸਾਨੂੰ ਇਸ 26 ਜਨਵਰੀ ਵਾਲੇ ਸਮਾਗਮ ਤੋਂ ਦੂਰ ਰੱਖਿਆ ਹੈ ਤੇ ਜਿਹੜੀਆਂ ਪ੍ਰਾਪਤੀਆਂ ਹੋਣਗੀਆਂ ਮਿਹਨਤ ਦੇ ਨਾਲ, ਉੱਥੋਂ ਵੀ ਸਾਨੂੰ ਕੁਛ ਨਹੀਂ ਮਿਲਣਾ। ਉਹ ਸਾਫ਼ ਕਹਿ ਰਿਹਾ ਕਿ ਸਾਨੂੰ ਬਣਾਉਣ ਪਿੱਛੋਂ ਸਾਡੇ ਗਰੀਬਾਂ ਨਾਲ ਉਦੋਂ ਵੀ ਉਹੀ ਸਲੂਕ ਹੋਵੇਗਾ ਜਿਹੜਾ ਅੱਜ ਹੋਇਆ। ਸਾਡੇ ਸੋਚਣ ਵਿੱਚ ਹੀ ਫਰਕ ਏ,
ਤੂੰ ਹੀ ਦੱਸ ਚਾਚਾ ਝੰਡੂ, ਅਸੀਂ ਕਿਸੇ ਦਾ ਮਕਾਨ ਬਣਾਉਣ ਲਈ ਮਜ਼ਦੂਰ ਜਾਂ ਰਾਜ ਲੱਗੇ ਹੋਈਏ, ਜਦੋਂ ਮਕਾਨ ਬਣ ਜਾਏ ਤਾਂ ਆਖੀਏ ਇਸ ਵਿੱਚ ਰਹਿਣ ਦਾ ਵੀ ਸਾਡਾ ਹੱਕ ਏ, ਤਾਂ ਕੋਈ ਮੰਨੇਗਾ? ਹੁਣ ਵਿਦਿਆਰਥੀਓ, ਇੱਥੇ ਕਹਾਣੀਕਾਰ ਖੁਦ ਆ ਕੇ ਸ਼ਾਮਲ ਹੋ ਜਾਂਦਾ ਔਰ ਨਾਨੂ ਦੇ ਰੂਪ ਦੇ ਵਿੱਚ ਉਹ ਗੱਲ ਕਰਦਾ ਹੈ ਔਰ ਕਿਤੇ ਨਾ ਕਿਤੇ ਮਜ਼ਦੂਰਾਂ ਦਾ ਜਿਹੜਾ ਵਿਦਰੋਹ ਹੈ ਉਹਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦਾ। ਉਹ ਕਹਿੰਦਾ ਕਿ ਸਾਡਾ ਕੰਮ ਤਾਂ ਸਿਰਫ ਕੰਮ ਕਰਨਾ ਹੀ ਹੈ ਔਰ ਕੰਮ ਕਰਕੇ ਉਹਦੀ ਮਜ਼ਦੂਰੀ ਲੈਣੀ ਹੈ। ਪਰ ਕਿਉਂਕਿ ਕਹਾਣੀਕਾਰ ਖੁਦ ਰਾਸ਼ ਰਹਿੰਦਾ ਇੱਕ ਅੰਗ ਸੀਗਾ, ਉਹ ਵਿਦਰੋਹ ਨੂੰ ਅੱਗੇ ਵਧਾਉਣਾ ਚਾਹੁੰਦਾ, ਇਹ ਗੱਲਬਾਤ ਨੂੰ ਇੱਥੇ ਹੀ ਨਿਪਟਾਉਣਾ ਚਾਹੁੰਦਾ। ਵਾਹ ਬਈ ਵਾਹ, ਇਹ ਨਾਨੂ ਕਿੱਡਾ ਚਾਪਲੂਸ ਹੋ ਗਿਆ ਹੈ, ਕਿੱਥੇ ਕਿਸੇ ਦੇ ਮਕਾਨ ਦੀ ਗੱਲ, ਕਿੱਥੇ ਸਾਂਝੇ ਦੇਸ਼ ਦੀ ਉੱਨਤੀ ਦੀ ਗੱਲ। ਇਸ ਤਰ੍ਹਾਂ ਦੇ ਨਾਲ ਉਹ ਇਸ ਕਹਾਣੀ ਦੇ ਵਿੱਚ ਸਮੱਸਿਆ ਨੂੰ ਪੇਸ਼ ਕਰਕੇ ਉਸ ਸਮੱਸਿਆ ਨੂੰ ਅੱਗੇ ਵਧਾ ਕੇ ਉਹਦੀ ਕਿਤੇ ਨਾ ਕਿਤੇ ਸਮਾਧਾਨ ਦੇ ਵੱਲ ਜਾ ਰਿਹਾ ਕਹਾਣੀਕਾਰ। ਬਸ ਮੇਰਾ ਮਤਲਬ ਤੁਸੀਂ ਆਪ ਹੀ ਪੂਰਾ ਕਰ ਦਿੱਤਾ। ਸਾਂਝੇ ਦੇਸ਼ ਲਈ ਅਸਾਂ ਜੋ ਵੀ ਮਿਹਨਤ ਕੀਤੀ, ਸਮਝੋ ਦੇਸ਼ ਦੀ ਸੇਵਾ ਵੀ ਕੀਤੀ। ਚਾਚੇ ਝੰਡੂ ਨੂੰ ਦਿਲ ਨਾਲ ਨਹੀਂ ਲਾ ਲੈਣੀ ਚਾਹੀਦੀ ਕਿ ਸਾਨੂੰ ਨੇੜੇ ਨਹੀਂ ਜਾਣ ਦਿੱਤਾ। ਉਸ ਤੇ ਐਵੇਂ ਗੱਲਾਂ ਵਿੱਚ ਗੱਲ ਆਖੀਏ, ਦਿਲ ਨਾਲ ਲਾ ਲਈ ਤਾਂ ਕਿਹੜਾ ਉਸ ਕਿਲਾ ਢਾਹ ਦੇਣਾ। ਉਹ ਕਹਿੰਦਾ ਕਿ ਜੇ ਨਿੱਕੀ ਮੋਟਾ ਅਸੀਂ ਵਿਦਰੋਹ ਕਰਾਂਗੇ ਤਾਂ ਉਸ ਵਿਦਰੋਹ ਦਾ ਕੋਈ ਫਾਇਦਾ ਨਹੀਂ ਹੋਣਾ, ਅਸੀਂ ਕੁਛ ਵੀ ਨਹੀਂ ਕਰ ਪਾਵਾਂਗੇ। ਗੱਲ ਹੈ ਹੋ ਹੀ ਰਹੀਆਂ ਸਨ ਆਪਸ ਦੇ ਵਿੱਚ, ਕੰਮ ਵਿੱਚ ਲੱਗੇ ਹੋਏ ਸੀ ਉਹ ਸਾਰੇ। ਤੇ ਇਸ ਤੋਂ ਬਾਅਦ ਉਹਨਾਂ ਵਿੱਚ ਕੁਛ ਹੋਰ ਲੋਕ ਆ ਕੇ ਸ਼ਾਮਲ ਹੋ ਜਾਂਦੇ ਆ ਔਰ ਉੱਥੇ ਜਿਹੜਾ ਸਮੁੱਚਾ ਵਾਤਾਵਰਨ ਆ ਉਹਦੀ ਗੱਲ ਕਰਦੇ ਆ। ਕੋਈ ਰਜਾਈ ਭੁੱਲ ਗਿਆ ਸੀ, ਮਜ਼ਦੂਰ ਨੂੰ ਲੈ ਗਿਆ ਸੀ, ਪਰ ਉਹਦੇ ਘਰ ਵਾਲੀ ਉਸ ਰਜਾਈ ਨੂੰ ਰੱਖਣ ਤੋਂ ਇਨਕਾਰ ਕਰ ਦਿੰਦੀ ਹੈ। ਤੇ ਪੇਂਡੂ ਲੋਕ ਜਿਹੜੇ ਆਏ ਸੀ ਇੱਕ ਦਿਨ ਪਹਿਲਾਂ ਹੀ ਆ ਜਾਂਦੇ ਆ, 25 ਜਨਵਰੀ ਵਾਲੇ ਦਿਨ ਹੀ, ਔਰ 25 ਜਨਵਰੀ ਨੂੰ ਆ ਕੇ ਹੀ ਉੱਥੇ ਉਹ ਰਹਿਣ ਲੱਗ ਰਹਿੰਦੇ ਆ ਔਰ ਦੇਖਦੇ ਆ ਕਿ 26 ਜਨਵਰੀ ਨੂੰ ਤਾਂ ਕਿਤੇ ਨੇੜੇ ਨਹੀਂ ਲੱਗਣ ਦਿੱਤਾ ਜਾਣਾ। 26 ਜਨਵਰੀ ਨੂੰ ਤਾਂ ਸਿਰਫ ਤੇ ਸਿਰਫ ਪਾਸਾਂ ਵਾਲੇ ਲੋਕਾਂ ਨੂੰ ਤੇ ਅਮੀਰ ਵਰਗ ਨੂੰ ਹੀ ਉੱਥੇ ਆਉਣ ਦਿੱਤਾ ਜਾਂਦਾ। ਇਸ ਤਰ੍ਹਾਂ ਨਾਲ ਵਿਦਿਆਰਥੀ ਕਹਾਣੀ ਦੇ ਵਿੱਚ, ਵਾਰਤਾਲਾਪ ਦੇ ਵਿੱਚ ਕਹਾਣੀ ਦਾ ਜਿਹੜਾ ਵਿਸ਼ਾ ਉੱਭਰਦਾ ਹੈ ਔਰ ਇੱਕ ਅਮੀਰ ਵਰਗ ਤੇ ਇੱਕ ਗਰੀਬ ਵਰਗ ਦੀ ਗੱਲ ਹੁੰਦੀ ਹੈ ਕਿ ਜਿਹੜਾ ਕੰਮ ਕਰਨ ਵਾਲਾ ਵਰਗ ਹੈ ਉਹਨੂੰ ਸਿਰਫ ਕੰਮ ਲਿਆ ਜਾਂਦਾ ਹੈ। ਤੇ ਉਸ ਤੋਂ ਬਾਅਦ ਅੱਗੇ ਜਾ ਕੇ ਕਹਾਣੀ ਦੇ ਵਿੱਚ ਇੱਕ ਗੱਲ ਕੀਤੀ ਹੈ ਇਸ ਤੋਂ ਪਹਿਲਾਂ ਕਿ ਬੀਬੀਆਂ ਤੇ ਬਾਊ ਆਉਂਦੇ ਆ, ਉਹ ਕਹਿੰਦੇ ਆ ਵੀ ਅਸੀਂ ਤਾਂ ਟੈਲੀਵਿਜ਼ਨ ਤੇ ਦੇਖ ਲਈ ਸੀ ਸਾਰੀ ਪਰੇਡ। ਉਹ ਕਹਿੰਦੇ ਟੈਲੀਵਿਜ਼ਨ ਤੇ ਜਿਹੜੀ ਦੇਖਣ ਵਾਲੀ ਪਰੇਡ ਹੈਗੀ ਹੈ ਉਹਦੇ ਵਿੱਚ ਤੇ ਸਿੱਧੇ ਦੇਖਣ ਦੇ ਵਿੱਚ ਅੰਤਰ ਤਾਂ ਹੈਗਾ ਹੀ ਹੈ, ਪਰ ਇੱਥੋਂ ਦੇ ਧੱਕਿਆਂ ਨਾਲੋਂ ਵਧੀਆ ਹੈਗਾ ਕਿ ਟੈਲੀਵਿਜ਼ਨ ਦੇ ਵਿੱਚ ਤੁਸੀਂ ਉਸ ਨੂੰ ਦੇਖ ਲਿਆ, ਨਹੀਂ ਤਾਂ ਫਿਰ ਧੱਕੇ ਖਾਣੇ ਪੈਣੇ ਸੀਗੇ। ਉਹ ਜਿਸ ਤਰ੍ਹਾਂ ਉਹ ਕਹਿੰਦਾ ਵੀ ਟੈਲੀਵਿਜ਼ਨ ਤੇ ਅਸਲੀ ਜ਼ਿੰਦਗੀ ਦੇ ਵਿੱਚ ਦੇਖਣ ਦੇ ਵਿੱਚ ਕੀ ਫਰਕ ਹੈ। ਕਹਿੰਦਾ ਟੈਲੀਵਿਜ਼ਨ ਦੇਖਣ ਵਿੱਚ ਇੰਨਾ ਹੀ ਫਰਕ ਹੈ ਕਿ ਜਿੰਨਾ ਅਸਲੀ ਆਦਮੀ ਤੇ ਉਸਦੀ ਮੂਰਤ ਵੇਖਣ ਦੇ ਵਿੱਚ ਅੰਤਰ ਹੈ, ਇੰਨਾ ਕੀ ਅੰਤਰ ਹੈ। ਇਹ ਗੱਲ ਨਾਨੂ ਕਹਿ ਰਿਹਾ ਹੈਗਾ ਉਸ ਬਜ਼ੁਰਗ ਜੋੜੇ ਨੂੰ, ਉਸ ਜੋੜੇ ਨੂੰ ਜਿਹੜਾ ਇਹ ਗੱਲ ਉੱਥੇ ਕਹਿੰਦੇ ਆ ਕਿ ਅਸੀਂ ਨਹੀਂ ਦੇਖਿਆ ਤਾਂ ਚੰਗਾ ਕੀਤਾ। ਉਹ ਕਹਿੰਦਾ ਨਹੀਂ, ਇਹ ਗੱਲ ਨਹੀਂ ਹੈਗੀ, ਤੁਹਾਨੂੰ ਇੱਥੇ ਆ ਕੇ ਦੇਖਣਾ ਚਾਹੀਦਾ ਸੀ ਇਸ ਸਮਾਗਮ ਨੂੰ। ਵਿਦਿਆਰਥੀ ਇਸ ਕਹਾਣੀ ਦੇ ਵਿੱਚ ਜਿਹੜਾ ਸਵਾਗਤ ਕੀਤਾ ਗਿਆ ਸੀਗਾ ਵਿਦੇਸ਼ੀ ਮਹਿਮਾਨਾਂ ਦਾ, ਉਹਨੂੰ ਸਾਡੇ ਸੱਭਿਆਚਾਰ ਦਾ ਇੱਕ ਅੰਗ ਬਣਾ ਕੇ ਕਹਾਣੀਕਾਰ ਪੇਸ਼ ਕਰ ਰਿਹਾ। ਦੇਖੋ ਮਹਾਰਾਣੀ ਦਾ ਜਿਹੜਾ ਸਵਾਗਤ ਹੋਇਆ ਸੀਗਾ ਉਹ ਮਹਾਰਾਜਾ ਦੀ ਤਰ੍ਹਾਂ ਕਿਉਂ ਹੋਇਆ ਸੀਗਾ। ਇਹ ਕਹਿੰਦਾ ਸਾਡੇ ਦੇਸ਼ ਦੇ ਵਿੱਚ ਇੱਕ ਪਰੰਪਰਾ ਰਹੀ ਹੈ ਕਿ ਅਸੀਂ ਮਹਿਮਾਨ ਨਵਾਜੀ ਬਹੁਤ ਕਰਦੇ ਹਾਂ। ਮਹਿਮਾਨ ਨਵਾਜੀ ਕਰਕੇ ਹੀ ਉਸ ਨੂੰ ਇੰਨਾ ਮਾਣ ਤੇ ਸਤਿਕਾਰ ਦਿੱਤਾ ਗਿਆ ਸੀਗਾ। ਇੰਨਾ ਮਾਣ ਤੇ ਸਤਿਕਾਰ ਦੇਣ ਦਾ ਕਾਰਨ ਵੀ ਇਹ ਸੀਗਾ ਕਿ ਸਾਡੇ ਦੇਸ਼ ਦੇ ਵਿੱਚ ਕਿਤੇ ਨਾ ਕਿਤੇ ਮਹਿਮਾਨ ਨਵਾਜੀ ਅੱਜ ਵੀ ਝਲਕਦੀ ਹੈ। ਉਸੇ ਤਰ੍ਹਾਂ ਹੀ ਅੱਗੇ ਕਹਾਣੀ ਦੇ ਵਿੱਚ ਪ੍ਰਾਹੁਣਾਚਾਰੀ ਦੀ ਉਹ ਗੱਲ ਜਿਸ ਤਰ੍ਹਾਂ ਨਾਲ ਗੱਲ ਕੀਤੀ ਹੋ ਰਹੀ ਹੈ। ਇਹ ਕਿਹੜੇ ਗੱਲ ਏ, ਪ੍ਰਾਹੁਣਾਚਾਰੀ ਲਈ ਤਾਂ ਸਾਡਾ ਦੇਸ਼ ਮਸ਼ਹੂਰ ਹੈ। ਅਸੀਂ ਮੌਕਿਆਂ ਤੇ ਪ੍ਰਾਹੁਣਾਚਾਰੀ ਦੇ ਮੌਕਿਆਂ ਤੇ ਖਰਚ ਵੀ ਬਹੁਤ ਕਰਦੇ ਹਾਂ, ਵਿੱਤੋਂ ਬਾਹਰ ਖਰਚ ਕਰਦੇ ਹਾਂ, ਬੇਸ਼ੱਕ ਕਹਿੰਦੇ 4 ਦਿਨ ਸਾਨੂੰ ਬਾਅਦ 'ਚ ਭੁੱਖੇ ਰਹਿਣਾ ਪਵੇ। ਇਸ ਤਰ੍ਹਾਂ ਦੀ ਉਹਨਾਂ ਦੀ ਗੱਲਬਾਤ ਹੈਗੀ। ਇਸ ਗੱਲਬਾਤ ਦੇ ਵਿੱਚ ਅੰਤ ਦੇ ਵਿੱਚ ਜਾ ਕੇ ਜਿਹੜਾ ਕਹਾਣੀਕਾਰ ਹੈ ਉਹ ਵਿਲਾਇਤੀ ਮਹਿਮਾਨਾਂ ਦੀ ਮਹਿਮਾਨ ਨਵਾਜੀ ਤੋਂ ਬਾਅਦ ਕਹਾਣੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ। ਝੰਡੂ ਪੈਰ ਵਿੱਚ ਪਾਏ ਹੋਏ ਟੁੱਟੀ ਫੁੱਟੀ ਜੁੱਤੀ ਨੂੰ ਹੱਥ ਨਾਲ ਪੂੰਝ ਰਿਹਾ ਸੀ, ਫਿਰ ਫਟੇ ਹੋਏ ਪਜਾਮੇ ਤੇ ਲੰਗਾਰ ਨੂੰ ਗਾਂਢਾ ਮਾਰ ਰਿਹਾ ਸੀ। ਅਖੀਰ ਵਿੱਚ ਉਹ ਆਪਣੀ ਮੈਲੀ ਖਲ ਟੋਪੀ ਉਲਟਾ ਕਰਕੇ ਸਿਰ ਤੇ ਰੱਖਦਿਆਂ ਪੁੱਛਿਆ, ਨਾਨੂ ਸੁਣਿਆ ਮਲਕਾ ਦਿਨ ਵਿੱਚ 5-6 ਪੁਸਾਕਾਂ ਬਦਲਦੀ ਹੈ। ਚਾਚਾ ਬਲੈਤ ਵਿੱਚ ਸਾਰੀ ਇਸੇ ਤਰ੍ਹਾਂ ਕਰਦੇ ਹੈ, ਇਸੇ ਤਰ੍ਹਾਂ ਛੰਡੇ ਫੂਕੇ ਰਹਿੰਦੇ ਨੇ।
ਕਹਿਣ ਦਾ ਭਾਵ ਕਿ ਇਸੇ ਤਰ੍ਹਾਂ ਤਿਆਰ ਰਹਿੰਦੇ ਆ, ਉੱਥੇ ਅਮੀਰੀ ਹੈਗੀ ਹੈ, ਸਾਡੇ ਗਰੀਬੀ ਹੈ। ਸੋ ਵਿਦਿਆਰਥੀਓ, ਇਸ ਕਹਾਣੀ ਨੂੰ ਚੰਗੀ ਤਰ੍ਹਾਂ ਤੁਸੀਂ ਪੜ੍ਹ ਲਿਓ। ਇਸ ਕਹਾਣੀ ਦੇ ਵਿੱਚੋਂ ਇਹੀ ਮੁੱਖ ਵਿਸ਼ੇ ਉੱਭਰ ਰਹੇ ਹੈ ਕਿ ਗਰੀਬ ਵਰਗ ਕੰਮ ਕਰਨ ਦੀ ਖਾਤਰ ਰੱਖਿਆ ਜਾਂਦਾ। 25 ਜਨਵਰੀ ਤੱਕ ਜਿਸ ਜਗ੍ਹਾ ਦੇ ਮਾਲਕ ਹੁੰਦਾ 26 ਜਨਵਰੀ ਨੂੰ ਨੇੜੇ ਨਹੀਂ ਲੱਗਣ ਦਿੱਤਾ ਜਾਂਦਾ। 26 ਜਨਵਰੀ ਤੋਂ ਬਾਅਦ 27 ਜਨਵਰੀ ਨੂੰ ਫਿਰ ਉਸ ਜਗ੍ਹਾ ਦੇ ਮਾਲਕ ਹੁੰਦੇ ਆ। ਤੇ ਬਹੁਤ ਸਾਰੇ ਕੁਐਸਚਨ ਉੱਭਰਦੇ ਆ ਕਿ ਜੇਕਰ ਗਰੀਬ ਨੂੰ ਪਾਸ ਵੀ ਮਿਲ ਜਾਂਦਾ ਤਾਂ ਉਹ ਪਾਸ ਵੀ ਲੈ ਕੇ ਵੀ ਉਹ ਉੱਥੇ ਨਹੀਂ ਪਹੁੰਚ ਸਕਦੇ। ਇਹ ਕਹਾਣੀ ਦੇ ਵਿੱਚ ਪਹਿਲੇ ਕੁਐਸਚਨ ਰਾਸ਼ਟਰਪਤੀ, ਮਲਕਾ ਰਾਣੀ, ਪ੍ਰਧਾਨ ਮੰਤਰੀ, ਹੋਰ ਨੇਤਾ ਤੇ ਵਿਦੇਸ਼ੀ ਪ੍ਰਾਹੁਣੇ ਆਦਿ ਕਿਹੜੇ ਰਾਸ਼ਟਰੀ ਦਿਵਸ ਦੀ ਪਰੇਡ ਵਿੱਚ ਸ਼ਾਮਲ ਹੋਣ ਦੇ ਲਈ ਉੱਥੇ ਜੁੜ ਬੈਠੇ ਸੀਗੇ। ਇਹ ਕੁਐਸਚਨ ਹੈਗਾ 26 ਆਨਸਰ ਇਹਦਾ 26 ਜਨਵਰੀ। ਮਲਕਾ ਰਾਣੀ ਦਾ ਸੰਬੰਧ ਕਿਹੜੇ ਦੇਸ਼ ਨਾਲ ਹੈ? ਇੰਗਲੈਂਡ ਦੇ ਨਾਲ ਸੰਬੰਧ ਹੈ ਮਲਕਾ ਰਾਣੀ ਦਾ। ਔਰ ਇੰਗਲੈਂਡ ਨੇ ਸਾਡੇ ਦੇਸ਼ ਦੇ ਉੱਪਰ ਬਹੁਤ ਸਾਲ ਰਾਜ ਵੀ ਕੀਤਾ ਸੀਗਾ। ਅਗਲਾ ਕੁਐਸਚਨ ਹੈ ਝੰਡੂ ਨਾਲ ਕੀਤੇ ਮੁੱਢਲੇ ਵਾਰਤਾਲਾਪ ਵਿੱਚ ਨਾਨੂ ਕਿਸ ਗੱਲ ਤੇ ਫਖਰ ਤੇ ਵਡਿਆਈ ਮਹਿਸੂਸ ਕਰਦਾ? ਝੰਡੂ ਇਸ ਗੱਲ ਤੇ ਫਖਰ ਮਹਿਸੂਸ ਕਰਦਾ, ਨਾਨੂ ਇਸ ਗੱਲ ਤੇ ਫਖਰ ਮਹਿਸੂਸ ਕਰਦਾ ਹੈ ਕਿ ਮੈਂ ਜੰਗਲਾਂ ਟੱਪ ਕੇ ਛੋਟੇ ਅਫਸਰਾਂ ਵਾਲੀ ਜਗ੍ਹਾ ਤੇ ਪਹੁੰਚ ਗਿਆ ਸੀ ਤੇ ਉੱਥੋਂ 26 ਜਨਵਰੀ ਦੇ ਜਸ਼ਨਾਂ ਨੂੰ ਨੇੜੇ ਹੋ ਕੇ ਦੇਖ ਲਿਆ ਸੀ। ਮਹੱਤਵਪੂਰਨ ਲੋਕਾਂ ਨੂੰ ਮੈਂ ਨੇੜੇ ਹੋ ਕੇ ਦੇਖ ਲਿਆ ਸੀ। ਉਹਨਾਂ ਦੇ ਵਿੱਚ ਪ੍ਰਧਾਨ ਮੰਤਰੀ ਵੀ ਸੀਗਾ, ਰਾਸ਼ਟਰਪਤੀ ਵੀ, ਉਪ ਰਾਸ਼ਟਰਪਤੀ, ਮਲਕਾ ਤੇ ਵਿਦੇਸ਼ੀ ਪ੍ਰਾਹੁਣਿਆਂ ਨੂੰ ਆਪਣੀਆਂ ਅੱਖਾਂ ਦੇ ਨਾਲ ਉੱਥੇ ਦੇਖ ਲਿਆ ਸੀ। ਅਗਲਾ ਜਿਹੜਾ ਪ੍ਰਸ਼ਨ ਹੈਗਾ ਉਹ ਹੈਗਾ 25 ਤਰੀਕ ਦੀ ਰਾਤ ਤੱਕ ਤਾਂ ਅਸੀਂ ਸਾਰੇ ਇੰਡੀਆ ਗੇਟ ਦੇ ਜਿਵੇਂ ਮਾਲਕ ਸਾਂ। ਝੰਡੂ ਦੇ ਇਹਨਾਂ ਬੋਲਾਂ ਵਿਚਲੇ ਮਾਲਕ ਸ਼ਬਦ ਦੇ ਵਿੱਚ ਲੁਕੇ ਹੋਏ ਵਿਅੰਗ ਦੀ ਗੱਲ ਕਰੋ। ਹੁਣ 25 ਜਨਵਰੀ ਤੱਕ ਉਹ ਉਸ ਜਗ੍ਹਾ ਦੇ ਮਾਲਕ ਸੀਗੇ ਕਿਉਂਕਿ ਉਹ ਜਿਹੜਾ ਵੀ ਕੰਮ ਕਰਦੇ ਸੀ ਉਹਨਾਂ ਦੀ ਦੇਖ ਰੇਖ ਦੇ ਵਿੱਚ ਹੋ ਰਿਹਾ ਸੀ, ਉਹ ਖੁਦ ਕਰ ਰਹੇ ਸੀ। 26 ਜਨਵਰੀ ਨੂੰ ਉਹਨਾਂ ਨੂੰ ਉਸ ਦੇ ਨੇੜੇ ਲੰਘ ਦਿੱਤਾ ਜਾ ਰਿਹਾ। 25 ਤਰੀਕ ਨੂੰ ਉੱਥੇ ਰਹਿੰਦੇ ਆ, ਪਰ 26 ਜਨਵਰੀ ਨੂੰ ਉੱਥੇ ਉਹਨਾਂ ਨੂੰ ਨੇੜੇ ਵੀ ਢੁਕਣ ਨਹੀਂ ਦਿੱਤਾ ਜਾਂਦਾ। ਇਸ ਕਰਕੇ ਇਹ ਇੱਕ ਵਿਅੰਗੀ ਹੈ। ਮਾਲਕ ਹੋਣਾ ਔਰ ਮਾਲਕ ਤੇ ਮਜ਼ਦੂਰ ਦੇ ਵਿੱਚ ਫਰਕ ਕੀ ਹੈ? ਪਰ 26 ਜਨਵਰੀ ਨੂੰ ਉਸ ਜਗ੍ਹਾ ਦੇ ਮਾਲਕ ਕੁਝ ਹੋਰ ਲੋਕ ਬਣ ਜਾਂਦੇ ਆ, ਅਫਸਰ ਬਣ ਜਾਂਦੇ ਆ, ਤੇ ਜਾਂ ਜਿਹੜੇ ਮੁੱਖ ਰਾਜਨੀਤਿਕ ਆਗੂ ਹੈ ਉਹ ਉਸ ਜਗ੍ਹਾ ਦੇ ਮਾਲਕ ਬਣ ਜੇ। ਅਗਲਾ ਕੁਐਸਚਨ ਵੀ ਬਹੁਤ ਮਹੱਤਵਪੂਰਨ ਹੈ। ਖਬਰੇ ਸਾਨੂੰ ਬੰਦੇ ਹੀ ਨਾ ਸਮਝਿਆ ਜਾਂਦਾ ਹੋਵੇ, ਭਾਵ ਸਾਨੂੰ ਬੰਦਿਆਂ ਦੀ ਪਰਿਭਾਸ਼ਾ ਦੇ ਵਿੱਚ ਨਾ ਰੱਖਿਆ ਜਾਂਦਾ ਹੋਵੇ। ਇਹਦਾ ਆਨਸਰ ਹੈ ਕਿ ਸਾਨੂੰ ਬੰਦਿਆਂ ਦੀ ਪਰਿਭਾਸ਼ਾ ਦੇ ਵਿੱਚ ਹੀ ਨਹੀਂ ਰੱਖਿਆ ਜਾਂਦਾ। ਸਾਨੂੰ ਜੇ ਬੰਦੇ ਸਮਝਿਆ ਜਾਂਦਾ ਹੁੰਦਾ ਤਾਂ ਸਾਨੂੰ ਸਮਾਗਮਾਂ ਦੇ ਨੇੜੇ ਢੁਕਣ ਦਿੱਤਾ ਜਾਂਦਾ ਹੁੰਦਾ। ਸਾਨੂੰ ਨਾ ਤਾਂ ਬੰਦਿਆਂ ਵਰਗੇ ਕੱਪੜੇ ਮਿਲਦੇ ਆ, ਨਾ ਬੰਦਿਆਂ ਵਰਗਾ ਖਾਣਾ ਮਿਲਦਾ। ਸਾਡੀ ਤਾਂ ਦੇਖੀ ਆਮ ਬੰਦਿਆਂ ਨਾਲੋਂ ਵੱਖਰੀ ਹੈ। ਅਗਲਾ ਕੁਐਸਚਨ ਹੈ ਝੰਡੂ ਨੇ ਆਪਣੇ ਮੁੰਡੇ ਲਈ ਰਿਪਬਲਿਕ ਡੇ ਦੀ ਪਰੇਡ ਵੇਖਣ ਜਾਣ ਲਈ ਖਾਸ ਪਾਸ ਦਾ ਪ੍ਰਬੰਧ ਕਿਵੇਂ ਕੀਤਾ ਸੀ? ਜਿਵੇਂ ਆਪਾਂ ਕਹਾਣੀ ਪੜ੍ਹੀ ਆ ਉਹਦੇ 'ਚ ਦੱਸਿਆ ਕਿ ਉਹਦਾ ਇੱਕ ਗੁਆਂਢੀ ਸੀਗਾ ਜਿਹੜਾ ਰਾਸ਼ਟਰਪਤੀ ਭਵਨ ਦੇ ਵਿੱਚ ਡਾਕ ਲਿਜਾਣ ਦਾ ਕੰਮ ਕਰਦਾ ਸੀ ਤੇ ਉੱਥੋਂ ਕਿਸੇ ਤੋਂ ਉਹਨੇ ਪਾਸ ਲੈਤਾ ਸੀ ਤੇ ਇੱਕ ਪਾਸ ਉਹਨੇ ਝੰਡੂ ਨੂੰ ਦੇਤਾ ਸੀ। ਝੰਡੂ ਨੇ ਅੱਗੇ ਆਪਣੇ ਮੁੰਡੇ ਨੂੰ ਦੇਤਾ ਸੀ। ਪਾਸ ਕੋਲ ਹੋਣ ਦੇ ਬਾਵਜੂਦ ਝੰਡੂ ਦਾ ਮੁੰਡਾ ਪਰੇਡ ਕਿਉਂ ਨਹੀਂ ਦੇਖ ਸਕਿਆ? ਕਿਉਂਕਿ ਉਹਦਾ ਜਿਹੜਾ ਪਹਿਰਾਵਾ ਸੀਗਾ ਉਹ ਤੋਂ ਪੁਲਿਸ ਨੇ ਅੰਦਾਜ਼ਾ ਲਾ ਲਿਆ ਕਿ ਇਹਨੂੰ ਪਾਸ ਕਿਵੇਂ ਮਿਲ ਸਕਦਾ ਹੈ। ਪਾਟੇ ਹੋਏ ਕੱਪੜਿਆਂ ਵਾਲੇ ਇਨਸਾਨ ਨੇ ਤਾਂ ਕਿਤੇ ਪਾਸ ਚੋਰੀ ਕੀਤਾ ਹੋਣਾ, ਇਸ ਕਰਕੇ ਉਹਨੂੰ ਦਬਕਾ ਮਾਰਦੇ, ਉਹ ਤੋਂ ਪਾਸ ਖੋਲ ਲੈਂਦੇ ਆ ਤੇ ਉਹਨੂੰ ਭਜਾ ਦਿੰਦੇ ਆ। ਉਹ ਪਰੇਡ ਦੇ ਨੇੜੇ ਨਹੀਂ ਜਾਣ ਦਿੰਦੇ ਉਹਨੂੰ। ਅਗਲਾ ਕੁਐਸਚਨ ਹੈ ਕਿਸੇ ਵੀ ਮੇਮ ਨੂੰ ਮਲਕਾ ਸਮਝ ਲਏ ਜਾਣ ਦਾ ਭੁਲੇਖਾ ਲੱਗ ਸਕਣ ਦਾ ਕੀ ਕਾਰਨ ਹੈ? ਜਿਹੜਾ ਵਿਦਿਆਰਥੀਓ ਪੱਛਮੀ ਦੇਸ਼ਾਂ ਦਾ ਜਿਹੜਾ ਆਮ ਲੋਕਾਂ ਦਾ ਜੀਵਨ ਸਤਰ ਹੈ ਬਹੁਤ ਉੱਚਾ ਹੈ। ਉੱਥੇ ਆਮ ਲੋਕ ਮਲਕਾ ਵਰਗੇ ਕੱਪੜੇ ਪਾਉਂਦੇ ਆ, ਉਸ ਤਰ੍ਹਾਂ ਦੇ ਰਹਿਣ ਸਹਿਣ ਉਹਨਾਂ ਦਾ, ਕਿਉਂਕਿ ਉਹਨਾਂ ਦੀ ਆਮਦਨ ਬਹੁਤ ਜ਼ਿਆਦਾ ਹੈ। ਉੱਥੇ ਮਾਲਕ ਤੇ ਮਜ਼ਦੂਰ ਦੇ ਵਿੱਚ ਕੋਈ ਬਹੁਤਾ ਅੰਤਰ ਨਹੀਂ ਹੈਗਾ। ਰਾਜ ਕਰਨ ਵਾਲੀ ਸ਼੍ਰੇਣੀ ਤੇ ਸਧਾਰਨ ਲੋਕਾਂ ਦੇ ਵਿੱਚ ਬਹੁਤਾ ਅੰਤਰ ਨਹੀਂ। ਇਸ ਕਰਕੇ ਲੋਕ ਮੇਮ ਨੂੰ ਮਲਕਾ ਸਮਝ ਲੈਂਦੇ ਤੇ ਮਲਕਾ ਨੂੰ ਮੇਮ ਸਮਝਦੇ ਆ, ਕਿਉਂਕਿ ਮੇਮ ਦੇ ਜਿਹੜੇ ਕੱਪੜੇ ਪਏ ਆ ਆਮ ਲੇਡੀਜ਼ ਆ ਜਿਹੜੀਆਂ ਪੱਛਮ ਦੀਆਂ ਉਹ ਉਸ ਤਰ੍ਹਾਂ ਦੇ ਕੱਪੜੇ ਪਾਉਂਦੀਆਂ, ਇਸ ਕਰਕੇ ਉਹਨਾਂ ਦੇ ਵਿਆਹ ਦੇ ਵਿੱਚ ਬਹੁਤਾ ਅੰਤਰ ਨਹੀਂ। ਅਗਲਾ ਕੁਐਸਚਨ ਹੈ ਵਾਹ ਵੀ ਵਾਹ, ਇਹ ਸਾਨੂੰ ਕਿੱਡਾ ਚਾਪਲੂਸ ਹੋ ਗਿਆ ਜੀ। ਨਾਨੂ ਦੇ ਕਿਹੜੇ ਕਥਨ ਦਾ ਪ੍ਰਤੀਕਰਮ ਵਜੋਂ ਇਹ ਗੱਲ ਕਹੀ ਗਈ ਸੀ? ਹੁਣ ਨਾਨੂ ਨੇ ਜਦੋਂ ਇੱਕ ਕਥਨ ਨਹੀਂ ਕਿਹਾ ਸੀ ਕਿ ਜਿਹੜਾ ਜਿਹੜੀ ਵਿਦਿਆਰਥੀਓ ਜਿਹੜਾ ਉਹਨੇ ਇੱਕ ਗੱਲ ਕਹੀ ਸੀਗੀ ਕਿ ਜਿਹੜੇ ਮਜ਼ਦੂਰ ਹੈਗੇ ਆ ਜੇਕਰ ਉਹ ਕੰਮ ਕਰਨਗੇ ਤੇ ਕਿਸੇ ਦਾ ਘਰ ਬਣਾਉਣਗੇ ਉਸ ਘਰ ਦੇ ਮਾਲਕ ਨਹੀਂ ਹੋ ਜਾਣਗੇ। ਇੱਥੋਂ ਉਹਨਾਂ ਨੂੰ ਲੱਗਦਾ ਕਿ ਚਾਪਲੂਸੀ ਕਰ ਰਿਹਾ। ਅਸਲ ਦੇ ਵਿੱਚ ਜਿਹੜਾ ਨਾਨੂ ਹੈ ਨਾ, ਇਹ ਕਹਾਣੀਕਾਰ ਦਾ ਵਾਹਕ ਹੈ, ਕਹਾਣੀਕਾਰ ਦਾ ਬੁਲਾਰਾ ਹੈ। ਕਹਾਣੀਕਾਰ ਖੁਦ ਬੋਲ ਰਿਹਾ ਇਹਦੇ ਥਰੂ ਕਿ ਮਜ਼ਦੂਰ ਵਰਗ ਦੇ ਵਿੱਚ ਜਿਹੜਾ ਵਿਦਰੋਹ ਪੈਦਾ ਹੋ ਰਿਹਾ ਉਹਨੂੰ ਕੰਟਰੋਲ ਕਰ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਨਾਨੂ ਦੇ ਥਰੂ। ਇਸ ਕਰਕੇ ਬਾਕੀ ਲੋਕਾਂ ਨੂੰ ਉਹ ਵਧੀਆ ਨਹੀਂ ਲੱਗਦਾ, ਚਾਪਲੂਸ ਲੱਗਦਾ। ਉਸਦੇ ਐਵੇਂ ਗੱਲ ਵਿੱਚ ਗੱਲ ਆਖੀਏ
ਉਸ ਤੇ ਐਵੇਂ ਗੱਲ ਵਿੱਚ ਗੱਲ ਆਖੀਏ, ਦਿਲ ਨਾਲ ਲਾ ਲਈ ਤਾਂ ਕਿਹੜਾ ਉਸਨੇ ਕਿਲਾ ਢਾ ਦੇਣਾ। ਉਪਰੋਕਤ ਕਥਨ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ। ਪ੍ਰਸੰਗ ਸਹਿਤ ਵਿਆਖਿਆ ਕਰਨ ਦੀ ਖਾਤਰ ਕਹਾਣੀਕਾਰ ਦਾ ਨਾਂ ਤੇ ਇਸ ਕਹਾਣੀ ਦੇ ਵਿੱਚ ਪੇਸ਼ ਪਾਤਰ ਕਿਹਨੇ ਕਿਹਨੂੰ ਕੀਲ ਕਹੀ ਹੈ, ਇਹ ਆਪਸ ਦੇ ਵਿੱਚ ਜਿਹੜੀ ਵਾਰਤਾਲਾਪ ਚੱਲ ਰਹੀ ਹੈਗੀ ਹੈ ਕਿ 27 ਜਨਵਰੀ ਨੂੰ ਇੱਕ ਜਦੋਂ ਕੰਮ ਕਰ ਰਹੇ ਹੁੰਦੇ ਆ, ਇੱਕ ਕਾਮਾ ਝੰਡੂ ਬਾਰੇ ਗੱਲ ਕਹਿੰਦਾ ਹੈਗਾ ਕਿ ਉਹ ਇੱਕ ਤਰ੍ਹਾਂ ਦੇਸ਼ ਸੇਵਾ ਹੀ ਹੈ। ਜੇਕਰ ਸਾਨੂੰ ਹਾਕਮ ਸ਼੍ਰੇਣੀ ਤੇ ਅਮੀਰ ਵਰਗ ਨੂੰ 26 ਜਨਵਰੀ ਦੇ ਜਸ਼ਨਾਂ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਜਾਂਦਾ ਤਾਂ ਚਾਚਾ ਝੰਡੂ ਨੂੰ ਇਹ ਗੱਲ ਦਿਲ ਤੇ ਨਹੀਂ ਲਾ ਲੈਣੀ ਚਾਹੀਦੀ। ਉਹਨਾਂ ਨੂੰ ਇਸ ਜਸ਼ਨ ਦੇ ਲਾਭੇ ਰੱਖ ਕੇ ਉਹਨਾਂ ਨਾਲ ਕੋਈ ਵਿਤਕਰਾ ਨਹੀਂ ਕੀਤਾ। ਇਹ ਇੱਕ ਤਰ੍ਹਾਂ ਦਾ ਜਿਹੜਾ ਕਥਨ ਕਿਹਾ ਗਿਆ ਸੀ ਉਹਦੇ ਪ੍ਰਤੀਕਰਮ ਦੇ ਵਿੱਚ ਇਹ ਗੱਲਾਂ ਹੋ ਰਹੀਆਂ। ਅੱਗੇ ਦੀ ਵਿਆਖਿਆ ਤੁਸੀਂ ਸਿੰਪਲ ਜੀ ਕਰ ਦਿਓ ਭਲਾਂ ਦੀ ਕਿ ਝੰਡੂ ਨੇ ਤਾਂ ਰੰਜ ਵਾਲੀ ਗੱਲ ਸਧਾਰਨ ਰੂਪ ਵਿੱਚ ਹੀ ਕੀਤੀ ਸੀ, ਉਂਝ ਉਹ ਦਿਲ ਉੱਤੇ ਕਿਵੇਂ ਲਾ ਲਵੇ, ਹੈ ਨਾ। ਕਿ ਹਾਕਮ ਸ਼੍ਰੇਣੀ ਹੈ ਜਿਹੜੀ, ਉਹਦਾ ਅਸੀਂ ਕੀ ਵਿਗਾੜ ਲਵਾਂਗੇ। ਜੇਕਰ ਅਸੀਂ ਥੋੜ੍ਹਾ ਬਹੁਤ ਵਿਦਰੋਹ ਵੀ ਕਰਾਂਗੇ ਤਾਂ ਹਾਕਮ ਸ਼੍ਰੇਣੀ ਦਾ ਕੁਛ ਨਹੀਂ ਵਿਗਾੜ ਸਕਾਂਗੇ। ਉਹਨਾਂ ਕੋਲੇ ਬਹੁਤ ਸਾਰੇ ਸਾਧਨ ਹੈਗੇ, ਸਾਡੇ ਕੋਲ ਤਾਂ ਉਹ ਸਾਧਨ ਵੀ ਨਹੀਂ ਹੈਗੇ। ਅਗਲਾ ਕੁਐਸਚਨ ਹੈ, ਸਾਰਿਆਂ ਵੱਲੋਂ ਰਲ ਮਿਲ ਕੇ ਮਿਹਨਤ ਕਰਨ ਨਾਲ ਹੋਣ ਵਾਲੇ ਦੇਸ਼ ਦੀ ਸਾਂਝੀ ਉੱਨਤੀ ਵਿੱਚ ਕਾਮਿਆਂ ਤੇ ਮਜ਼ਦੂਰਾਂ ਵਿੱਚ ਵੱਲੋਂ ਪਾਈ ਹਿੱਸੇਦਾਰੀ ਵਿੱਚ ਫਲ ਪ੍ਰਾਪਤੀ ਨੂੰ ਲੈ ਕੇ ਝੰਡੂ ਅਤੇ ਨਾਨੂ ਵਿਚਕਾਰ ਹੋਈ ਦਲੀਲਬਾਜ਼ੀ ਵਿੱਚ ਤੁਸੀਂ ਨਾਨੂ ਦੀ ਰਾਏ ਨਾਲ ਸਹਿਮਤ ਹੋ ਜਾਂ ਨਹੀਂ। ਵਿਦਿਆਰਥੀਓ, ਇਸ ਦਲੀਲ ਨਾਲ ਅਸੀਂ ਸਹਿਮਤ ਹੋਣਾ ਸਾਡੇ ਲਈ ਮੁਸ਼ਕਿਲ ਹੈ। ਅਸੀਂ ਸਹਿਮਤ ਨਹੀਂ ਹੋ ਸਕਦੇ ਕਿਉਂਕਿ ਜਿਹੜਾ ਨਾਨੂ ਹੈਗਾ ਉਹ ਲੇਖਕ ਦਾ ਬੁਲਾਰਾ ਹੈਗਾ, ਖੁਦ ਬੋਲ ਰਿਹਾ ਲੇਖਕ। ਔਰ ਜਦੋਂ ਵਿਦਰੋਹ ਦੀ ਗੱਲ ਕਰਦੇ ਆ ਤਾਂ ਉਹ ਕਿਤੇ ਨਾ ਕਿਤੇ ਕਿਸੇ ਰੂਪ ਦੇ ਵਿੱਚ ਵਿਦਰੋਹ ਦਾ ਵਿਰੋਧ ਕਰਦਾ ਹੈ ਤੇ ਉਸ ਨੂੰ ਕਿਤੇ ਨਾ ਕਿਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਸੋ ਵਿਦਿਆਰਥੀਓ, ਇਹ ਅੱਜ ਦੀ ਆਮ ਮਜ਼ਦੂਰਾਂ ਦੇ ਵਿਦਰੋਹ ਨੂੰ ਕੰਟਰੋਲ ਕਰਕੇ ਉਹ ਇਸ ਚੀਜ਼ ਨੂੰ ਅੱਗੇ ਵਧਣ ਤੋਂ ਰੋਕਦਾ ਹੈ। ਔਰ ਕਹਾਣੀਕਾਰ ਵੀ ਇਹ ਚਾਹੁੰਦਾ ਹੈਗਾ ਕਿ ਇਹ ਜਿਹੜਾ ਵਿਦਰੋਹ ਹੈਗਾ ਮਜ਼ਦੂਰਾਂ ਦੇ ਵਿੱਚ ਰਾਜ ਸ਼੍ਰੇਣੀ ਲਈ ਜੋ ਖਤਰਾ ਬਣ ਸਕਦਾ ਉਹਨੂੰ ਖਤਰਾ ਬਣਨ ਤੋਂ ਰੋਕਣ ਦੀ ਗੱਲ ਕਰ ਰਿਹਾ ਹੈਗਾ। ਅਗਲਾ ਕੁਐਸਚਨ, ਲੱਭ ਪਈ ਸੋਹਣੀ ਰਜਾਈ ਨੂੰ ਲੋੜ ਹੋਣ ਦੇ ਬਾਵਜੂਦ ਮਜ਼ਦੂਰ ਦੀ ਘਰਵਾਲੀ ਨੇ ਆਪਣੇ ਘਰ ਵਿੱਚ ਰੱਖਣਾ ਪ੍ਰਵਾਨ ਕਿਉਂ ਨਹੀਂ ਕੀਤਾ। ਇਹ ਅਸਲ ਦੇ ਵਿੱਚ ਇੱਕ ਕਰੈਕਟਰ ਦਿਖਾਇਆ ਗਿਆ ਮਜ਼ਦੂਰ ਦਾ ਕਿ ਮਜ਼ਦੂਰ ਲੋਕਾਂ ਦਾ ਵੀ ਆਪਣਾ ਇੱਕ ਕਰੈਕਟਰ ਹੁੰਦਾ ਹੈਗਾ। ਉਹਦੀ ਪਤਨੀ ਨੇ ਸਾਫ਼ ਰੂਪ ਦੇ ਵਿੱਚ ਮਨਾ ਕਰਤਾ ਕਿ ਇਸ ਨੂੰ ਅਸੀਂ ਆਪਣੇ ਘਰੇ ਨਹੀਂ ਰੱਖਾਂਗੇ, ਜਿੱਥੋਂ ਲੈ ਕੇ ਆਏ ਉੱਥੇ ਛੱਡ ਕੇ ਆ। ਇਹ ਪਵਿੱਤਰ ਦਿਹਾੜੇ ਦੇ ਉੱਪਰ ਇਸ ਤਰ੍ਹਾਂ ਦੀ ਚੋਰੀ ਵਾਲੀ ਚੀਜ਼ ਨੂੰ ਮੈਂ ਘਰੇ ਨਹੀਂ ਰੱਖਾਂਗੀ। ਪਰੇਡ ਵੇਖਣ ਲਈ 25 ਜਨਵਰੀ ਦੀ ਰਾਤ ਨੂੰ ਹੀ ਆ ਜਾਣ ਵਾਲੇ ਲੋਕ ਕੌਣ ਸਨ ਅਤੇ 26 ਜਨਵਰੀ ਦੀ ਸਵੇਰ ਨੂੰ ਆਉਣ ਵਾਲੇ ਲੋਕ ਕੌਣ ਸਨ। 25 ਜਨਵਰੀ ਨੂੰ ਆਉਣ ਵਾਲੇ ਲੋਕ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚੋਂ, ਹੋਰ ਏਰੀਏ ਦੇ ਵਿੱਚੋਂ, ਵੱਖ-ਵੱਖ ਦੇਸ਼ ਦੇ ਕੋਨਿਆਂ ਦੇ ਵਿੱਚੋਂ ਜਾਣ ਵਾਲੇ ਲੋਕ ਸੀਗੇ। ਤੇ 26 ਜਨਵਰੀ ਨੂੰ ਜਾਣ ਵਾਲੇ ਲੋਕ ਉਹ ਸੀਗੇ ਜਿਨ੍ਹਾਂ ਨੂੰ ਪਾਸ ਮਿਲੇ ਹੋਏ ਸੀਗੇ ਔਰ ਜਿਹੜੇ ਖਾਸ ਸ਼੍ਰੇਣੀ ਨਾਲ ਸੰਬੰਧਿਤ ਸੀਗੇ, ਜਿਹੜੇ ਕਹਿ ਸਕਦੇ ਹਾਂ ਕਿ ਆਪਾਂ ਅਫਸਰਸ਼ਾਹੀ ਨਾਲ ਸੰਬੰਧਿਤ ਸੀਗੇ ਜਾਂ ਰਾਜਨੀਤਿਕ ਲੀਡਰ ਸੀਗੇ। ਉਹ 26 ਜਨਵਰੀ ਨੂੰ ਉੱਥੇ ਖੁਦ ਜਾਂਦੇ ਆ। ਅਸੀਂ ਚੰਗੇ ਰਹੇ ਜੇ ਇੱਥੇ ਆ ਜਾਂਦੇ ਤਾਂ ਨਾਲੇ ਧੱਕੇ ਖਾਂਦੇ, ਨਾਲੇ ਕੁਝ ਗਵਾ ਕੇ ਜਾਂਦੇ, ਨਾਲੇ ਮਖੌਲ ਕਰਵਾਉਂਦੇ। ਇਹ ਗੱਲ ਕਿਸ ਨੇ ਕਦੋਂ ਅਤੇ ਕਿਉਂ ਆਖੀ। ਜਦੋਂ ਮਜ਼ਦੂਰ ਕੰਮ ਕਰ ਰਹੇ ਤਾਂ ਇੱਕ ਜੋੜਾ ਘੁੰਮਦਾ ਹੈਗਾ, ਉਹ ਘੁੰਮਦਾ ਜੋੜਾ ਮਜ਼ਦੂਰਾਂ ਕੋਲੇ ਆਉਂਦਾ, ਮਜ਼ਦੂਰਾਂ ਦੀ ਗੱਲਬਾਤ ਸੁਣਦਾ ਹੈ ਤੇ ਉੱਥੇ ਆ ਕੇ ਉਹ ਆਪਸੀ ਗੱਲਬਾਤ ਦੇ ਵਿੱਚ ਇਹ ਗੱਲ ਕਹਿੰਦੇ ਆ ਕਿ ਜੇਕਰ ਅਸੀਂ ਇੱਥੇ ਆ ਜਾਂਦੇ ਤਾਂ ਲੋਕ ਧੱਕੇ ਮੁੱਕੀ ਖਾਂਦੇ ਅਸੀਂ, ਤੇ ਅਸੀਂ ਵਧੀਆ ਕੀਤਾ ਕਿ ਟੈਲੀਵਿਜ਼ਨ ਤੇ ਬੈਠ ਕੇ ਹੀ ਸਾਰਾ ਪ੍ਰੋਗਰਾਮ ਦੇਖ ਲਿਆ। ਟੈਲੀਵਿਜ਼ਨ ਉੱਤੇ ਹੀ ਪਰੇਡ ਦੇਖ ਕੇ ਸੰਤੁਸ਼ਟ ਰਹਿਣ ਵਾਲੇ ਬਾਬੂ ਨਾਲ ਆਈ ਬੀਬੀ ਨੂੰ ਅਸਲ ਵਿੱਚ ਪਰੇਡ ਦੇਖਣ ਅਤੇ ਟੈਲੀਵਿਜ਼ਨ ਉੱਤੇ ਪਰੇਡ ਦੇਖਣ ਦੇ ਫਰਕ ਨੂੰ ਸਮਝਾਉਣ ਲਈ ਨਾਨੂ ਕਿਹੜੀ ਮਜ਼ਾਕੀਆ ਟਿੱਪਣੀ ਕਰਦਾ। ਉਹ ਕਹਿੰਦਾ ਕਿ ਜੇਕਰ ਵਿਦੇਸ਼ਾਂ ਦੇ ਵਿੱਚ ਇੱਕ ਕੋਈ ਪਤੀ ਕੰਮ ਕਰਨ ਗਿਆ ਹੋਵੇ ਤਾਂ ਉਹਦੇ ਘਰ ਵਾਲੀ ਨੂੰ ਫੋਟੋਆਂ ਭੇਜਦੇ ਤੇ ਉਹ ਫੋਟੋਆਂ ਦੇਖ ਕੇ ਕੀ ਸੰਤੁਸ਼ਟ ਹੋ ਸਕਦੀ ਹੈ। ਇਸੇ ਤਰ੍ਹਾਂ ਦੀ ਗੱਲ ਉਹ ਕਹਿੰਦਾ ਕਿ ਜਿਵੇਂ ਇੱਕ ਦੇਸ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਹੋਵੇ ਉਹਨੂੰ ਸਿੱਧਾ ਦੇਖਣ ਦੇ ਵਿੱਚ ਤੇ ਤਸਵੀਰਾਂ ਦੇਖਣ ਦੇ ਵਿੱਚ ਇਹ ਅੰਤਰ ਹੁੰਦਾ। ਇਸ ਕਹਾਣੀ ਨੂੰ ਜੋ ਤੁਸੀਂ ਪੜ੍ਹੋਗੇ ਇਹ ਚੀਜ਼ਾਂ ਨਿਕਲ ਕੇ ਸਾਹਮਣੇ ਆਉਣਗੀਆਂ। ਅਗਲਾ, ਪਾਤਰਾਂ ਦੀ ਆਪਸੀ ਵਾਰਤਾਲਾਪ ਵਿੱਚ ਰੂਸ ਅਤੇ ਅਮਰੀਕਾ ਦੇ ਆਗੂਆਂ ਨਾਲੋਂ ਵੀ ਵੱਡੀ ਮਲਕਾ ਦਾ ਸਵਾਗਤ ਕੀਤੇ ਜਾਣ ਦਾ ਕੀ ਕਾਰਨ ਦਰਸਾਏ ਗਏ ਨੇ। ਅਸਲ ਦੇ ਵਿੱਚ ਸਾਡੇ ਦੇਸ਼ ਦੇ ਉੱਪਰ ਇੰਗਲੈਂਡ ਨੇ ਬਹੁਤ ਸਿਰ ਟਾਈਮ ਰਾਜ ਕੀਤਾ ਸੀਗਾ ਔਰ ਕਿਤੇ ਨਾ ਕਿਤੇ ਗੁਲਾਮੀ ਦੀਆਂ ਜਿਹੜੀਆਂ ਜੰਜੀਰਾਂ ਸੀਗੀਆਂ ਸਾਡੇ ਦੇਸ਼ ਦੇ ਉੱਪਰ ਕੱਸੀਆਂ ਹੋਈਆਂ, ਉਹਦਾ ਪ੍ਰਭਾਵ ਜਦੋਂ ਦੀ ਇਹ ਕਹਾਣੀ ਲਿਖੀ ਗਈ ਉਦੋਂ ਤੱਕ ਪੈ ਰਿਹਾ ਸੀਗਾ। ਉਸ ਚੀਜ਼ ਨੂੰ ਇਹ ਦਰਸਾ ਰਿਹਾ ਹੈਗਾ। ਪਾਤਰਾਂ ਦੀ ਆਪਸੀ ਸਾਰੀ ਕਹਾਣੀ ਵਿੱਚ ਬੋਲੇ ਨਾਨੂ ਦੇ ਬੋਲਾਂ ਵਿੱਚ ਉਸਦੀ ਆਪਣੀ ਸੁਭਾਵਿਕ ਰਾਏ ਘੱਟ ਲੱਗਦੀ ਹੈ ਤੇ ਉਹ ਬਹੁਤ ਲੇਖਕ ਦੀ ਰਾਏ ਨੂੰ ਹੀ ਦਰਸਾ ਰਿਹਾ ਲੱਗਦਾ ਹੈ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈਗੀ ਹੈ ਕਿ ਲੇਖਕ ਦੇ ਬੁਲਾਰੇ ਦੇ ਤੌਰ ਤੇ ਸਾਹਮਣੇ ਆ ਰਿਹਾ, ਜਿਹੜੀ ਵੀ ਗੱਲ ਲੇਖਕ ਨੇ ਕਹਿਣੀ ਆ ਉਹ ਖੁਦ ਨਾਨੂ ਦੇ ਥਰੂ ਕਹਿ ਰਿਹਾ। ਤੁਸੀਂ ਇਸ ਕਥਨ ਨਾਲ ਸਹਿਮਤ ਹੋ? ਬਿਲਕੁਲ ਹਾਂ, ਸਹਿਮਤ ਹਾਂ ਜੀ।
ਪੱਖ ਜਾਂ ਵਿਰੋਧ ਵਿੱਚ ਰਾਏ ਦਿਓ। ਪੱਖ ਦੇ ਵਿੱਚ ਇਹ ਰਾਏ ਦਿੰਦੇ ਆ ਕਿ ਜਦੋਂ ਮਜ਼ਦੂਰਾਂ ਦਾ ਸੰਘਰਸ਼ ਹੈ ਜਾਂ ਮਜ਼ਦੂਰਾਂ ਦਾ ਵਿਦਰੋਹ ਵਧਣ ਲੱਗਦਾ ਹੈ ਤਾਂ ਇਹ ਨਾਨੂ ਦੇ ਰੂਪ ਦੇ ਵਿੱਚ ਉਹਨੂੰ ਕੰਟਰੋਲ ਕਰਦਾ ਹੈ ਔਰ ਦੱਸਦਾ ਕਿ ਜੇਕਰ ਅਸੀਂ ਕੋਈ ਮਕਾਨ ਬਣਾ ਰਹੇ ਹੁੰਦੇ ਹਾਂ, ਬੇਤੁਕੀਆਂ ਇੱਕ ਤਰ੍ਹਾਂ ਦੀਆਂ ਹੋਈ ਹੈਗੀਆਂ ਦਲੀਲਾਂ ਕਿ ਜੇਕਰ ਅਸੀਂ ਮਕਾਨ ਬਣਾ ਰਹੇ ਹੁੰਦੇ ਹਾਂ ਤਾਂ ਉਹ ਮਕਾਨ ਬਣਾ ਕੇ ਅਸੀਂ ਉਹਦੇ ਖੁਦ ਮਾਲਕ ਨਹੀਂ ਬਣ ਜਾਂਦੇ। ਮਾਲਕ ਦਾ ਮਕਾਨ ਤਾਂ ਮਾਲਕ ਦਾ ਮਕਾਨ ਹੀ ਰਹਿੰਦਾ ਕਿਉਂਕਿ ਉਹਨਾਂ ਨੇ ਸਾਡੇ ਤੋਂ ਕੰਮ ਕਰਾਇਆ ਪੈਸਾ ਦੇ ਕੇ। ਪਰ ਇਹ ਦਲੀਲਾਂ ਟਿਕਦੀਆਂ ਨਹੀਂ ਔਰ ਇਹ ਕਿਤੇ ਨਾ ਕਿਤੇ ਕਿਸੇ ਰੂਪ ਦੇ ਵਿੱਚ ਇਹੀ ਸਾਹਮਣੇ ਆਉਂਦੀ ਹੈ ਗੱਲ ਕਿ ਕਹਾਣੀਕਾਰ ਖੁਦ ਉਹ ਤੋਂ ਵਿਦਰੋਹ ਦੀ ਕੰਟਰੋਲ ਕਰਨ ਦੀ ਗੱਲ ਉਹਦੇ ਥਰੂ ਕਰਦਾ ਹੈ। ਫਿਰ ਤੇ ਹਿਮਾਤੜ ਵੀ ਵੱਡਿਆਂ ਵਿੱਚ ਹੋ ਗਏ, ਮਲਕਾ ਦੇ ਆਦਰ ਲਈ ਕੁਝ ਨਾ ਕੁਝ ਤੇ ਅਸਾ ਵੀ ਕੀਤਾ ਹੈ। ਜਦੋਂ ਗੱਲ ਕਹਿੰਦੇ ਕਿ ਸਾਡਾ ਦੇਸ਼ ਹੈ, ਜਿਹੜਾ ਸੱਭਿਆਚਾਰ ਹੈ ਸਾਡਾ, ਜਿਹੜਾ ਉਹ ਇਹ ਹੈ ਕਿ ਜਿੱਥੋਂ ਅਸੀਂ ਕਿਸੇ ਦੀ ਮਹਿਮਾਨ ਨਵਾਜੀ ਕਰਦੇ ਹਾਂ ਤੇ ਜਿਹੜਾ ਮਹਿਮਾਨ ਹੁੰਦਾ ਹੈ ਉਹਦੇ ਨਾਲੋਂ ਵੱਡਾ ਮੇਜ਼ਬਾਨ ਹੁੰਦਾ ਹੈ ਔਰ ਉਹਦਾ ਸਵਾਗਤ ਕਰਨ ਵਾਲਾ ਹੁੰਦਾ, ਉਹਦੀ ਸੇਵਾ ਕਰਨ ਵਾਲਾ ਹੁੰਦਾ। ਇੱਥੇ ਆ ਕੇ ਕਹਿੰਦਾ ਹੈ ਕਿ ਫਿਰ ਤਾਂ ਅਸੀਂ ਵੀ ਵੱਡਿਆਂ 'ਚ ਹੋ ਗਏ, ਕਹਿੰਦਾ ਕਿਉਂਕਿ ਸਾਡਾ ਦੇਸ਼ ਦੇ ਵਿੱਚ ਸਾਡੇ ਦੇਸ਼ ਨੇ ਉਹਦਾ ਸਵਾਗਤ ਕੀਤਾ ਸੀਗਾ। ਫਿਰ ਤੇ ਹਿਮਾਤੜ ਵੀ ਵੱਡਿਆਂ ਵਿੱਚ ਹੋ ਗਏ ਕਿ ਅਸੀਂ ਵੀ ਵੱਡਿਆਂ ਦੇ ਵਿੱਚ ਹੋ ਗਏ, ਅਸੀਂ ਵੀ ਮਲਕਾ ਦੇ ਆਦਰ ਲਈ ਕੁਝ ਨਾ ਕੁਝ ਤਾਂ ਕੀਤਾ ਕਿ ਅਸੀਂ ਇੱਥੇ ਖੁਦ ਕੰਮ ਕੀਤਾ। ਝੰਡੂ ਦੇ ਇਹਨਾਂ ਬੋਲਾਂ ਵਿੱਚ ਲੋਕਾਂ ਵਿਅੰਗ ਵੀ ਸਿਰਫ ਤੇ ਸਿਰਫ ਅਸੀਂ ਕਹਿਣ ਨੂੰ ਹੀ ਬਹੁਤ ਵੱਡੇ ਹਾਂ ਪਰ ਸਾਨੂੰ ਤਾਂ ਇੱਥੇ ਕਿਸੇ ਨੇ ਨੇੜੇ ਨਹੀਂ ਲੱਗਣ ਦਿੱਤਾ ਸੀਗਾ। ਰਚਨਾ ਵਸਤੂ ਪੱਖੋਂ ਪੰਜਾਬੀ ਦੀ ਮੁੱਢਲੀ ਕਹਾਣੀ ਨੂੰ ਮੁਸਾਫਰ ਦੀ ਕੀ ਦੇਣਾ ਹੈ? ਰਚਨਾ ਵਸਤੂ ਦੇ ਪੱਖੋਂ ਵਿਸ਼ੇ ਦੇ ਪੱਖੋਂ ਮੁੱਢਲੀ ਕਹਾਣੀ ਦੇ ਵਿੱਚ ਲੇਖਕ ਨੇ ਦੇਸ਼ ਪਿਆਰ ਨਾਲ ਸੰਬੰਧਿਤ, ਦੇਸ਼ ਦੀ ਆਜ਼ਾਦੀ ਦੇ ਨਾਲ ਸੰਘਰਸ਼ ਕਰਨ ਵਾਲੇ ਲੋਕਾਂ ਦੀ ਗੱਲ ਕੀਤੀ ਹੈ ਔਰ ਮੁੱਢਲੀ ਕਹਾਣੀ ਦੇ ਵਿੱਚ ਦੇਸ਼ ਪ੍ਰੇਮ, ਰਾਸ਼ਟਰਵਾਦ ਉਸ ਦੀ ਕਹਾਣੀ ਦੇ ਵਿੱਚੋਂ ਉੱਭਰਦਾ ਹੈ। ਇਹ ਉਸ ਦੀ ਮੁੱਖ ਪ੍ਰਾਪਤੀ ਹੈ। ਨਿਮਨ ਵਰਗ ਦੇ ਮੁਸ਼ਕਲਾਂ ਭਰੇ ਜੀਵਨ ਨੂੰ ਪੇਸ਼ ਕਰਨ ਲਈ ਲੇਖਕ ਨੇ ਕਿਹੜੀਆਂ ਪ੍ਰਮੁੱਖ ਜੁਗਤਾਂ ਦੀ ਵਰਤੋਂ ਕੀਤੀ ਹੈ? ਉਹਨੇ ਉਹਨਾਂ ਦੀ ਆਪਸੀ ਗੱਲਬਾਤ, ਉਹਨਾਂ ਦੇ ਪਹਿਰਾਵੇ ਤੋਂ ਔਰ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਢੰਗ ਹੈ ਉਹਦੇ ਤੋਂ ਕਿਤੇ ਨਾ ਕਿਤੇ ਕਿਸੇ ਰੂਪ ਦੇ ਵਿੱਚ ਇਹ ਚੀਜ਼ ਉਭਾਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ। ਔਰ ਨਿਮਨ ਵਰਗ ਦੇ ਮੁਸ਼ਕਲਾਂ ਭਰਿਆ ਜੀਵਨ ਨੂੰ ਇਸ ਕਹਾਣੀ ਦੇ ਵਿੱਚ ਉਹਨੇ ਪੇਸ਼ ਕੀਤਾ ਹੈ। ਉਹਨਾਂ ਦੇ ਆਪਸੀ ਵਾਰਤਾਲਾਪ ਦੇ ਵਿੱਚ ਜਿਹੜੇ ਵਿਅੰਗ ਉੱਭਰ ਰਹੇ ਗਏ ਉਹਨਾਂ ਤੋਂ ਇਹਦੀ ਗੱਲ ਕੀਤੀ ਹੈ। ਹਾਂ, ਵਿੱਚ ਲਾਸਟ ਕੁਐਸਚਨ ਇਸ ਕਹਾਣੀ ਦਾ ਹੈਗਾ, ਗੁਰਮੁਖ ਸਿੰਘ ਮੁਸਾਫਰ ਨੂੰ ਉਸ ਦੇ ਕਿਸ ਕਹਾਣੀ ਸੰਗ੍ਰਹਿ ਤੇ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ? ਉਸ ਨੂੰ ਉਰਵਾਰ ਪਾਰ ਕਹਾਣੀ ਸੰਗ੍ਰਹਿ ਦੇ ਉੱਪਰ 1978 ਈਸਵੀ ਦੇ ਵਿੱਚ ਪੁਰਸਕਾਰ ਮਿਲਿਆ। ਇਸ ਦੇ ਨਾਲ ਹੀ ਅੱਜ ਤੇ ਤੁਹਾਡਾ ਜਿਹੜਾ ਇਹ ਲੈਕਚਰ ਹੈ ਇੱਥੇ ਖਤਮ ਕਰਨ ਜਾ ਰਹੇ ਹਾਂ ਆਪਾਂ। ਤੇ ਪਹਿਲੀ ਕਹਾਣੀ ਜਿਹੜੀ 27 ਜਨਵਰੀ ਹੈ ਬਹੁਤ ਮਹੱਤਵਪੂਰਨ ਕਹਾਣੀ ਹੈ। ਇਹਦੇ ਪਾਤਰਾਂ ਨੂੰ ਦੇਖ ਲਓ ਚੰਗੀ ਤਰ੍ਹਾਂ, ਖਾਸ ਕਰਕੇ ਝੰਡੂ ਨੂੰ ਤੇ ਨਾਨੂ ਨੂੰ, ਉਹਨਾਂ ਦਾ ਕਰੈਕਟਰ ਸਕੈਚ, ਉਹਨਾਂ ਦਾ ਪਾਤਰ ਉਸਾਰੀ ਕਿਤੇ ਨਾ ਕਿਤੇ ਕਿਸੇ ਰੂਪ ਦੇ ਵਿੱਚ ਵੱਡੇ ਕੁਐਸਚਨ ਦੇ ਰੂਪ ਦੇ ਵਿੱਚ ਆ ਸਕਦੀ ਹੈ। ਜਿਹੜੇ ਛੋਟੇ ਕੁਐਸਚਨ ਪੈਦਾ ਹੋ ਸਕਦੇ ਆ ਤੇ ਉਹ ਆ ਸਕਦੇ ਆ ਤੁਹਾਡੇ ਸਿਲੇਬਸ ਦੇ ਵਿੱਚ, ਉਹਨਾਂ ਦੀ ਗੱਲ ਆਪਾਂ ਕਰ ਦਿੱਤੀ ਹੈ। ਕੱਲ੍ਹ ਨੂੰ ਆਪਾਂ ਕਿਸੇ ਨਵੀਂ ਕਹਾਣੀ ਦੀ ਗੱਲ ਕਰਾਂਗੇ। ਇੱਥੇ ਅੱਜ ਦਾ ਆਪਣਾ ਲੈਕਚਰ ਖਤਮ ਹੁੰਦਾ ਹੈ।